ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਕੁਝ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਕੈਨੇਡਾ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅਤੇ ਨਾਲ ਇੱਕ ਇੰਸ਼ੋਰੈਂਸ ਸੰਬੰਧੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ। ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਉਂਦੇ ਆ ਉਹਨਾਂ ਦੇ ਕੋਲ ਇੰਸ਼ੋਰੈਂਸ ਹੁੰਦਾ, MSP ਉਹਨਾਂ ਦੇ ਕੋਲ ਨਹੀਂ ਹੁੰਦੀ। ਜਿਹੜੇ ਕੈਨੇਡਾ ਦੇ ਵਿੱਚ PR ਨੇ, ਜਿਹੜੇ ਸਿਟੀਜ਼ਨ ਨੇ ਇੱਥੋਂ ਦੇ, ਉਹਨਾਂ ਦੇ ਕੋਲ MSP ਕਵਰ ਕਰਦੀ ਆ। MSP ਵੀ ਸਾਰਾ ਕੁਝ ਕਵਰ ਨਹੀਂ ਕਰਦੀ, ਦਵਾਈਆਂ ਤੁਹਾਨੂੰ ਆਪ ਖਰੀਦਣੀਆਂ ਪੈਂਦੀਆਂ ਜਾਂ ਉਹਦੇ ਲਈ ਸੈਪਰੇਟ ਇੰਸ਼ੋਰੈਂਸ ਲੈਣੀ ਪੈਂਦੀ ਹੈ। ਕਾਰੋਪ੍ਰੈਕਟਰ, ਫਿਜ਼ੀਓਥੈਰੇਪੀ, ਅੱਖਾਂ, ਐਨਕਾਂ ਬਣਾਉਣੀਆਂ, ਡੈਂਟਲ, ਇਹ ਸਾਰਾ ਕੁਝ MSP ਦੇ ਵਿੱਚ ਕਵਰ ਨਹੀਂ ਹੁੰਦਾ। ਇਹ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਇਹਨਾਂ ਨੂੰ ਬਹੁਤੀ ਵਾਰੀ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਇੰਸ਼ੋਰੈਂਸ ਇਹ ਸਾਰਾ ਕੁਝ ਕਵਰ ਕਰਦਾ ਆ, ਜਿਹੜਾ ਕਿ MSP ਵੀ ਕਵਰ ਨਹੀਂ ਕਰਦਾ। ਜਾਂ ਦੂਜੇ ਸ਼ਬਦਾਂ 'ਚ ਕਹਿ ਲਓ ਕਿ ਜਿਹੜੇ ਇੱਥੋਂ ਦੇ ਪੱਕੇ ਜਾਂ ਸਿਟੀਜ਼ਨ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਮੈਡੀਕਲ ਸਹੂਲਤ ਇਹਨਾਂ ਦਾ ਇੰਸ਼ੋਰੈਂਸ ਇਹਨਾਂ ਨੂੰ ਦਿੰਦਾ, ਜਿਹਦਾ ਕਿ ਹਰ ਮਹੀਨੇ ਪੇ ਕਰਦੇ ਆ। ਉਹ ਸਹੂਲਤਾਂ ਲੈਣੀਆਂ ਚਾਹੀਦੀਆਂ। ਇਹਦੇ ਸੰਬੰਧੀ ਅਸੀਂ ਗੱਲਬਾਤ ਕਰਨੀ ਆ ਥਿੰਕ ਇੰਸ਼ੋਰੈਂਸ ਤੋਂ ਪ੍ਰਵਿੰਦਰ ਥਿੰਦ ਹੋਣਾ ਨਾਲ, ਉਹਨਾਂ ਕੋਲੋਂ ਜਾਣਕਾਰੀ ਲੈਂਦੇ ਆ। ਇੱਕ ਅੱਜ ਖਾਸ ਗੱਲਬਾਤ ਕਰਨੀ ਆ, ਪੰਜਾਬ ਭਵਨ ਸਰੀ ਦੇ ਵਿੱਚ 10 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਹੋ ਰਿਹਾ। ਜੋਗਿੰਦਰ ਸ਼ਮਸ਼ੇਰ ਹੋਣਾ ਦੀ ਸਵੈ ਜੀਵਨੀ ਰਿਲੀਜ਼ ਹੋ ਰਹੀ, ਉਹਦੇ ਉੱਤੇ ਚਰਚਾ ਹੋ ਰਹੀ ਹੈ। ਪਿਛਲੇ ਸਾਲ ਉਹ ਚੜ੍ਹਾਈ ਕਰ ਗਏ ਸੀ। ਬੜਾ ਲੰਬਾ ਸਮਾਂ ਉਹਨਾਂ ਦਾ ਸਾਹਿਤਕ ਅਤੇ ਜਿਹੜਾ ਰਾਜਨੀਤਿਕ ਅਤੇ ਉਹਨਾਂ ਦਾ ਸਮਾਜਿਕ ਕੰਮ ਕਰ ਰਿਹਾ। ਉਹਦੇ ਬਾਰੇ ਗੱਲਬਾਤ ਕਰਾਂਗੇ ਅਸੀਂ ਕਿ ਉਹ ਸਮਾਗਮ ਕੀ ਆ। ਉਹਦੇ ਤੋਂ ਪਹਿਲਾਂ ਕੁਝ ਖਬਰਾਂ ਸਾਡਾ ਧਿਆਨ ਮੰਗਦੀਆਂ, ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅੱਜ ਤੋਂ ਜਾਣੀ ਕਿ 1 ਅਪ੍ਰੈਲ ਤੋਂ ਜਿਹੜੇ ਫੁੱਲੀ ਵੈਕਸੀਨੇਟਡ ਟਰੈਵਲਰ ਨੇ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ ਕੋਵਿਡ-19 ਦੀ ਟੈਸਟ ਤੋਂ ਬਿਨਾਂ। ਕਾਫੀ ਦੇਰ ਪਹਿਲਾਂ ਅਨਾਊਂਸਮੈਂਟ ਕੀਤੀ ਗਈ ਸੀ ਅਤੇ ਉਹਨੂੰ ਹੁਣ ਅਮਲ ਦੇ ਵਿੱਚ ਆ ਗਿਆ। ਅੱਜ ਦੇ ਦਿਨ ਇਹ ਸ਼ੁਰੂਆਤ ਹੋ ਗਈ ਆ ਅਤੇ ਬਹੁਤ ਸਾਰੀਆਂ ਚੇਂਜਸ ਜਿਹੜੀਆਂ 1 ਅਪ੍ਰੈਲ ਤੋਂ ਆ ਰਹੀਆਂ। ਅਤੇ ਇਸ ਚੇਂਜਸ ਦੇ ਨਾਲ ਹੋਣਾ ਕੀ ਆ, ਟਰੈਵਲ ਬਹੁਤ ਵੱਧ ਜਾਣਾ। ਲੋਕ ਬਹੁਤ ਜ਼ਿਆਦਾ ਆ ਰਹੇ ਆ ਅਤੇ ਲੋਕ ਬਹੁਤ ਜ਼ਿਆਦਾ ਜਾ ਰਹੇ ਆ। ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ ਕੈਨੇਡਾ ਦੇ ਅੰਕੜੇ ਦੱਸ ਰਹੇ ਆ, ਉਹਨਾਂ ਦੇ ਅੰਦਾਜ਼ੇ ਦੱਸ ਰਹੇ ਆ ਕਿ ਅੱਜ ਦੇ ਦਿਨ ਤੋਂ ਸ਼ੁਰੂ ਹੋ ਕੇ ਇਹ ਸਾਰਾ ਕੁਝ ਉੱਤੇ ਚਲਾ ਜਾਣਾ। ਭਾਵੇਂ ਕਿ ਇਹ ਕਾਫੀ ਠੀਕ ਠਾਕ ਟਰੈਵਲ ਹੋ ਚੁੱਕਿਆ ਪਰ ਪ੍ਰੀ ਪੈਂਡੈਮਿਕ ਤੱਕ ਅਜੇ ਵੀ ਨਹੀਂ ਪਹੁੰਚਿਆ। ਕੋਵਿਡ ਹੋਣ ਤੋਂ ਪਹਿਲਾਂ ਜਿੰਨੇ ਲੋਕ ਹਵਾਈ ਸਫ਼ਰ ਕਰਦੇ ਸੀ ਉਹਨੇ ਅਜੇ ਨਹੀਂ ਕਰਨ ਲੱਗੇ, ਪਰ ਕਾਫੀ ਗਿਣਤੀ ਇਹਨਾਂ ਦੀ ਵੱਧ ਗਈ ਹੈ। ਜਿਹੜੀ ਪ੍ਰੀ ਐਂਟਰੀ ਟੈਸਟਿੰਗ ਰਿਕੁਆਇਰਮੈਂਟ ਆ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਫੁੱਲ ਕੋਰਸ ਕੋਵਿਡ-19 ਵੈਕਸੀਨ ਦਾ ਲੈ ਲਿਆ, ਉਹਨੂੰ ਡਰੋਪ ਕਰ ਦਿੱਤਾ ਗਿਆ। ਟਰੈਵਲਰ ਅਜੇ ਵੀ ਉਹਨਾਂ ਦਾ ਟੈਸਟ ਰੈਂਡਮਲੀ ਕੀਤਾ ਜਾ ਸਕਦਾ। ਸੋ ਅੱਜ ਓਫੀਸ਼ੀਅਲੀ ਪ੍ਰੀ ਅਰਾਈਵਲ ਕੋਵਿਡ ਟੈਸਟਿੰਗ ਬਾਰਡਰ ਦੇ ਉੱਤੇ ਵੈਕਸੀਨੇਟਡ ਟਰੈਵਲਰਸ ਦੇ ਲਈ ਖਤਮ ਹੋ ਗਈ ਆ। ਰਿਗਾਰਡਲੈਸ, ਦੂਜੀ ਗੱਲ ਇੱਥੇ ਇਹ ਵੀ ਬੜੀ ਮਹੱਤਵਪੂਰਨ ਆ ਕਿ ਸਾਰੇ ਟਰੈਵਲਰ ਉਹਨਾਂ ਦੀ ਵੈਕਸੀਨ ਲੱਗੀ ਹੈ ਜਾਂ ਉਹਨਾਂ ਦੀ ਵੈਕਸੀਨ ਨਹੀਂ ਲੱਗੀ, ਉਹਨਾਂ ਨੂੰ ਅਰਾਈਵ ਕੈਨ ਦੇ ਉੱਤੇ ਆਪਣੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਜਿਹੜੀ ਅਰਾਈਵ ਕੈਨ ਐਪ ਕੈਨੇਡਾ ਦੀ ਹੈਗੀ ਆ, ਅਤੇ ਉਹਨਾਂ ਨੂੰ ਇਹ ਵੀ ਰਿਮਾਈਂਡਰ ਦਿੱਤਾ ਗਿਆ ਹੈਲਥ ਕੈਨੇਡਾ ਵੱਲੋਂ ਕਿ ਜਿਹੜਾ ਰਿਮਾਈਂਡਰ ਇਹ ਦਿੱਤਾ ਗਿਆ ਕਿ ਉਹਨਾਂ ਨੂੰ ਮਾਸਕ ਜਿਹੜਾ ਆ 14 ਦਿਨ ਦੇ ਲਈ ਪਾਉਣਾ ਪਊਗਾ ਕਿਤੇ ਵੀ ਇਸ ਕੰਮਕਾਰ ਦੇ ਵਿੱਚ ਜਦੋਂ ਕਿਤੇ ਉਹ ਟਰੈਵਲ ਕਰਕੇ ਆਉਂਦੇ ਆ। ਸੋ ਕੁਛ ਜਿਹੜੀਆਂ ਪਾਬੰਦੀਆਂ ਹੈਗੀਆਂ ਆ ਉਹ ਉਸੇ ਤਰ੍ਹਾਂ ਲੱਗੀਆਂ ਰਹਿੰਦੀਆਂ ਆ, ਪਰ ਹੁਣ ਬਹੁਤੀਆਂ ਪਾਬੰਦੀਆਂ ਜਿਹੜੀਆਂ ਉਹ ਹਟ ਚੁੱਕੀਆਂ ਆ। ਸੋ ਦੇਸ਼ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਉਹਨਾਂ ਦੇ ਲਈ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਆ। ਇਹ ਇੱਥੇ ਪਹੁੰਚਣ ਤੋਂ ਬਾਅਦ 14 ਦਿਨ ਮਾਸਕ ਪਾਉਣਾ ਆ। ਟੈਸਟ ਦੀ ਰਿਕੁਆਇਰਮੈਂਟ ਹਟ ਗਈ ਆ। ਅਨਵੈਕਸੀਨੇਟਡ ਜਿਹੜੇ ਟਰੈਵਲਰ ਹੈਗੇ ਆ ਉਹ ਜਿਹੜਾ ਆਪਣਾ ਟੈਸਟ ਉਹਨਾਂ ਦੇ ਹੋਣਗੇ ਅਰਾਈਵਲ, ਅਤੇ ਫਿਰ ਇੱਦਾਂ ਹੀ 8 ਦਿਨ ਬਾਅਦ, ਅਤੇ ਫਿਰ ਉਹਦੇ ਤੋਂ ਬਾਅਦ ਕੁਆਰੰਟੀਨ 2 ਹਫ਼ਤਿਆਂ ਦੇ ਲਈ। ਇਹ ਸਾਰੇ ਕੁਛ ਦੇ ਵਿੱਚ ਜਿਹੜੇ ਅਨਵੈਕਸੀਨੇਟਡ ਕੈਨੇਡੀਅਨਸ ਨੇ ਜਾਂ ਦੂਜੇ ਟਰੈਵਲਰਸ ਨੇ ਉਹਨਾਂ ਦੇ ਉੱਤੇ ਵੀ ਕੁਛ ਨਾ ਕੁਛ ਜਿਹੜੀਆਂ ਇਹ ਪਾਬੰਦੀਆਂ ਦੀ ਢਿੱਲ ਹੈਗੀ ਆ। ਅਤੇ ਉਹਨਾਂ ਨੂੰ ਜਿਹੜਾ ਪਰ ਫਿਰ ਵੀ ਕੋਵਿਡ-19 ਦਾ ਟੈਸਟ ਜਾਂ ਐਵੀਡੈਂਸ ਇਹ ਕਿ ਉਹਨਾਂ ਕੋਲ ਕਾਫੀ ਟਾਈਮ ਇਨਫੈਕਸ਼ਨ ਹੋਈ ਨੂੰ ਲੰਘ ਗਿਆ, ਉਹਨਾਂ ਨੂੰ ਇਹ ਐਵੀਡੈਂਸ ਹਜੇ ਵੀ ਦੇਣਾ ਪਊਗਾ। ਬਹੁਤ ਸਾਰੇ ਲੋਕਾਂ ਨੂੰ ਇਹਦੇ ਨਾਲ ਰਾਹਤ ਮਿਲੀ ਆ। ਜਿਹੜੇ ਟੂਰਿਜ਼ਮ ਇੰਡਸਟਰੀਜ਼ ਆ ਉਹ ਬਹੁਤ ਇਹਦੇ ਬਾਰੇ ਆਪਟੀਮਿਸਟਿਕ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੂਰਿਜ਼ਮ ਵੱਧ ਜਾਣਾ ਆ, ਅਤੇ ਇਸ ਗੱਲ ਨੂੰ ਲੈ ਕੇ ਜਿਹੜੇ ਲੋਕ ਨੇ ਕਾਫੀ ਆਸ਼ਵੰਦ ਨੇ ਕਿ ਦੁਬਾਰਾ ਸਾਰਾ ਕੁਛ ਪਹਿਲਾਂ ਵਰਗਾ ਹੋ ਜਾਣਾ। ਜਿਹੜੇ ਅਨਵੈਕਸੀਨੇਟਡ ਚਿਲਡਰਨ ਨੇ ਕੈਨੇਡਾ ਦੇ ਵਿੱਚ ਆ ਰਹੇ ਨੇ ਅਤੇ ਵੈਕਸੀਨੇਟਡ ਅਡਲਟਸ ਦੇ ਨਾਲ ਟਰੈਵਲ ਕਰ ਰਹੇ ਆ, ਉਹਨਾਂ ਨੂੰ ਵੀ ਹੁਣ ਆਈਸੋਲੇਟ ਨਹੀਂ ਕਰਨਾ ਪਊਗਾ 14 ਦਿਨ ਦੇ ਲਈ। ਪਹਿਲਾਂ ਉਹਨਾਂ ਨੂੰ 14 ਦਿਨ ਡੇ ਕੇਅਰ ਜਾਂ ਸਕੂਲ ਦੇ ਵਿੱਚ ਜਾਣ ਤੋਂ ਉਹਨਾਂ ਨੂੰ ਮਨਾਹੀ ਕੀਤੀ ਜਾਂਦੀ ਸੀ। ਇੱਕ ਹੋਰ ਖਬਰ ਅੱਜ ਬਹੁਤ ਚਰਚਾ ਦੇ ਵਿੱਚ ਆਈ ਆ, ਉਹ ਪੋਪ ਫ੍ਰਾਂਸਿਸ ਦੀ ਆ, ਜਿਨ੍ਹਾਂ ਨੇ ਮਾफ़ੀ ਮੰਗ ਲਈ ਆ ਜਿਹੜੀ ਰੋਮਨ ਕੈਥੋਲਿਕ ਚਰਚ ਦੇ ਕੈਨੇਡੀਆ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਉਹਨਾਂ ਦੀ ਭੂਮਿਕਾ ਬਾਰੇ। ਤੁਹਾਨੂੰ ਬਹੁਤਿਆਂ ਨੂੰ ਇਹ ਸਾਰੀ ਗੱਲਬਾਤ ਦਾ ਪਤਾ ਹੈ, ਅਸੀਂ ਕਾਫੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲਬਾਤ ਸਾਂਝੀ ਕੀਤੀ ਆ
ਕਿ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਜਿਨ੍ਹਾਂ ਦੇ ਵਿੱਚ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਲਿਜਾ ਕੇ ਰੱਖਿਆ ਜਾਂਦਾ ਸੀ, ਉਹਨਾਂ ਦਾ ਸੱਭਿਆਚਾਰਕ ਜੈਨੋਸਾਈਡ ਕੀਤਾ ਜਾਂਦਾ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ, ਉਹਨਾਂ ਦੇ ਕਲਚਰ ਨੂੰ। ਬਹੁਤ ਸਾਰੇ ਬੱਚੇ ਜਿਹੜੇ ਮਰ ਗਏ, ਉਹਨਾਂ ਦਾ ਪਤਾ ਨਹੀਂ ਲੱਗਿਆ ਕਿੱਥੇ ਗਏ। ਤੇ ਫਿਰ ਹੁਣ ਉਹ ਜਿਹੜੀਆਂ ਕਬਰਾਂ ਸੀਗੀਆਂ ਉਹਨਾਂ ਦੀਆਂ ਲੱਭਣੀਆਂ ਸ਼ੁਰੂ ਹੋਈਆਂ। ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਤੋਂ ਹੋਈ ਸੀ। ਸਾਰੇ ਕੈਨੇਡਾ ਦੇ ਵਿੱਚ ਇਹ ਜਿਹੜੀਆਂ ਲੱਭੀਆਂ। ਉਹਦੇ ਲਈ ਜ਼ਿੰਮੇਵਾਰ ਕੌਣ ਸੀ? ਇਹ ਬੱਚਿਆਂ ਨੂੰ ਇੱਥੇ ਲੈ ਕੇ ਕੌਣ ਜਾਂਦਾ ਸੀ? ਦੋ ਲੋਕ ਜ਼ਿੰਮੇਵਾਰ ਸੀ। ਇੱਕ ਉਸ ਵੇਲੇ ਦੀ ਕੈਨੇਡਾ ਦੀ ਸਰਕਾਰ ਜ਼ਿੰਮੇਵਾਰ ਸੀ, ਅਤੇ ਦੂਜਾ ਚਰਚ ਜ਼ਿੰਮੇਵਾਰ ਸੀ, ਜਿਹੜਾ ਉਹਨਾਂ ਨੂੰ ਆਪਣਾ ਧਰਮ ਅਪਣਾਉਣ ਦੇ ਲਈ ਕਹਿੰਦਾ ਸੀ। ਲੰਬੇ ਸਮੇਂ ਤੋਂ ਮੰਗ ਸੀਗੀ ਕਿ ਪੋਪ ਫਰਾਂਸਿਸ ਨੂੰ ਮਾफ़ੀ ਮੰਗਣੀ ਚਾਹੀਦੀ ਆ। ਕਾਫੀ ਦਿਨਾਂ ਤੋਂ ਉੱਥੇ ਜਾ ਕੇ ਇਹਨਾਂ ਮੂਲ ਨਿਵਾਸੀ ਭਾਈਚਾਰੇ ਦੇ ਲੋਕ ਉਹਨਾਂ ਨੂੰ ਮਿਲ ਵੀ ਰਹੇ ਸੀ। ਅਤੇ ਉਹਦੇ ਤੋਂ ਬਾਅਦ ਅੱਜ ਇਹ ਖਬਰ ਆਈ ਹੈ ਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਮਾफ़ੀ ਮੰਗ ਲਈ ਹੈ। 200 ਦੇ ਕਰੀਬ ਡੈਲੀਗੇਟ, ਪਰਿਵਾਰ, ਸਪੋਰਟਰ ਜਿਹੜੇ ਸਾਰੇ ਆ ਉੱਥੇ ਜਿਹੜੀ ਇਸ ਗੱਲ ਦੀ ਮੰਗ ਕਰ ਰਹੇ ਸੀਗੇ, ਅਤੇ ਜਿਹੜੇ ਇਹ ਕਹਿ ਰਹੇ ਸੀ। ਅਤੇ ਇਹਦੇ ਤੋਂ ਬਾਅਦ ਹੁਣ ਉਹ ਕੈਨੇਡਾ ਵੀ ਆਉਣਗੇ। ਹਜੇ ਤੱਕ ਪਤਾ ਨਹੀਂ ਕਦੋਂ ਆਉਣਗੇ, ਪਰ ਦੱਸ ਰਹੇ ਆ ਕਿ ਇੱਥੇ ਉਹ ਆਉਣਗੇ ਅਤੇ ਬਹੁਤ ਸਾਰੇ ਗਰੁੱਪਸ ਦੇ ਨਾਲ ਮੀਟਿੰਗ ਵੀ ਕਰਨਗੇ। ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਦਾ ਇੱਕ ਬਹੁਤ ਸ਼ਰਮਨਾਕ ਇਤਿਹਾਸ, ਇੱਕ ਬਹੁਤ ਜਿਹੜੀ ਮਨੁੱਖੀ ਸੱਭਿਅਤਾ ਦੇ ਉੱਤੇ ਇੱਕ ਬਹੁਤ ਵੱਡਾ ਧੱਬਾ, ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੂੰ ਧਰਮ ਦੀ ਤਬਦੀਲੀ, ਉਹਨਾਂ ਦੇ ਕਲਚਰ ਦੀ ਤਬਦੀਲੀ ਦੇ ਨਾਂ, ਜਿਹੜੀ ਪੜ੍ਹਾਈ ਦੇ ਨਾਂ ਹੇਠ, ਐਜੂਕੇਸ਼ਨ ਦੇ ਨਾਂ ਹੇਠ ਉਹਨਾਂ ਦੇ ਨਾਲ ਜੋ ਕੁਛ ਹੋਇਆ, ਉਹਦੇ ਉੱਤੇ ਕੁਛ ਉਹਨਾਂ ਦੀ ਜਿਹੜੀ ਹੀਲਿੰਗ ਆ ਜ਼ਰੂਰ ਇਹ ਸਾਰੇ ਕੁਛ ਦੇ ਨਾਲ ਹੋਏਗੀ। ਇਹ ਮੰਗ ਵੀ ਸੀਗੀ, ਔਰ ਅੰਕੜੇ ਦੱਸਦੇ ਆ ਕਿ 1.5 ਲੱਖ ਦੇ ਕਰੀਬ ਇੰਡੀਜੀਨੀਅਸ ਬੱਚਿਆਂ ਨੂੰ ਮੰਨਿਆ ਜਾਂਦਾ ਕਿ ਉਹਨਾਂ ਨੇ ਇਹ ਰੈਜ਼ੀਡੈਂਸ਼ੀਅਲ ਸਕੂਲ ਅਟੈਂਡ ਕੀਤੇ ਆ। ਔਰ ਉਹ ਰੈਜ਼ੀਡੈਂਸ਼ੀਅਲ ਸਕੂਲ ਜਿਹੜੇ 60% ਚਰਚ ਦੁਆਰਾ ਰਨ ਕੀਤੇ ਜਾਂਦੇ ਸੀ। ਜਿਹੜੇ ਹਜ਼ਾਰਾਂ ਹੀ ਬੱਚੇ ਉਹ ਆ ਜਿਹੜੇ ਕਦੇ ਵੀ ਆਪਣੇ ਪਰਿਵਾਰਾਂ ਦੇ ਵਿੱਚ ਮੁੜ ਕੇ ਵਾਪਸ ਨਹੀਂ ਗਏ। ਅਤੇ ਹੁਣ ਇਹ ਸਾਰੀ ਕਹਾਣੀ ਜਦੋਂ ਸਾਹਮਣੇ ਆ ਰਹੀ ਹੈ ਤਾਂ ਬਹੁਤ ਹੈਰਾਨੀਜਨਕ ਖੁਲਾਸੇ ਹੋ ਰਹੇ। ਪੋਪ ਫਰਾਂਸਿਸ ਦਾ ਮਾफ़ੀ ਮੰਗਣਾ, ਇਹ ਸਾਰੇ ਕੁਛ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਨਾਲ ਤਸੱਲੀ ਜ਼ਰੂਰ ਮਿਲੂਗੀ। ਰੂਸ ਯੂਕਰੇਨ ਜੰਗ ਉਸੇ ਤਰ੍ਹਾਂ ਜਾਰੀ ਆ। 37ਵਾਂ ਦਿਨ ਲੰਘ ਚੁੱਕਿਆ, 38ਵਾਂ ਦਿਨ ਸ਼ੁਰੂ ਹੋਣ ਲੱਗਿਆ, ਅਤੇ ਇਹਦੇ ਵਿੱਚ ਯੂਕਰੇਨ ਦੀ ਆਰਮੀ ਨੇ ਉਲਟਾ ਰੂਸ ਦੇ ਕੁਝ ਸ਼ਹਿਰਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਖਬਰਾਂ ਇਹ ਵੀ ਆਈਆਂ, ਰੂਸ ਹਮਲਾ ਕਰ ਰਿਹਾ ਯੂਕਰੇਨ ਦੇ ਉੱਤੇ। ਯੂਕਰੇਨ ਦੇ ਅੰਦਰ ਵੜ ਕੇ ਉਹ ਕਹਿ ਰਹੇ ਕਿ ਅਸੀਂ ਸਪੈਸ਼ਲ ਮਿਲਟਰੀ ਆਪਰੇਸ਼ਨ ਕਰ ਰਹੇ ਹਾਂ। ਥੋੜ੍ਹੇ ਦਿਨ ਦੀ ਗੱਲਬਾਤ ਮੰਨ ਕੇ ਚੱਲਦੇ ਆ, ਪਰ ਦਿਨ ਅੱਜ 37ਵਾਂ ਹੋ ਗਿਆ, ਯੂਕਰੇਨ ਉਹਨਾਂ ਦੇ ਕਬਜ਼ੇ ਵਿੱਚ ਨਹੀਂ ਆ ਰਿਹਾ। ਅਤੇ ਹੁਣ ਉਲਟੀਆਂ ਖਬਰਾਂ ਇਹ ਆ ਰਹੀਆਂ ਕਿ ਯੂਕਰੇਨ ਉਲਟਾ ਉਹਨਾਂ ਦੇ ਰੂਸ ਦੇ ਕੁਝ ਥਾਵਾਂ ਦੇ ਉੱਤੇ ਹਮਲੇ ਕਰ ਰਿਹਾ। ਇੱਕ ਨਿਊਜ਼ ਏਜੰਸੀ ਹੈ AFP, ਉਹਦੇ ਮੁਤਾਬਕ ਜਿਹੜਾ ਰੂਸ ਦੇ ਪੱਛਮੀ ਸ਼ਹਿਰ ਆ ਉਹਨਾਂ ਦਾ ਬੇਲਗੋਦਰੇਦ ਦੇ ਗਵਰਨਰ ਨੇ ਇਹ ਗੱਲ ਕਹੀ ਆ ਕਿ ਸ਼ੁੱਕਰਵਾਰ ਨੂੰ ਯੂਕਰੇਨ ਦੇ 2 ਹੈਲੀਕਾਪਟਰ ਉਹਨਾਂ ਦੇ ਆਇਲ ਡਿਪੂ ਦੇ ਆ ਕੇ ਉਹਨਾਂ ਨੇ ਉੱਥੇ ਏਅਰ ਸਟ੍ਰਾਈਕ ਕੀਤੀ ਆ, ਅਤੇ ਜਿਹੜਾ 2 ਜਣੇ ਇਹਦੇ ਵਿੱਚ ਜ਼ਖਮੀ ਹੋਏ ਆ। ਦੂਸਰੇ ਪਾਸੇ ਯੂਕਰੇਨ ਇਹ ਕਹਿ ਰਿਹਾ ਕਿ ਹੁਣ ਤੱਕ ਉਹਨਾਂ ਨੇ ਰੂਸ ਦੇ 17,700 ਬੰਦੇ ਮਾਰ ਦਿੱਤੇ, ਜਿਹੜੇ ਸੈਨਿਕ ਸੀਗੇ, ਲੜਨ ਵਾਲੇ ਫੌਜੀ ਮਾਰ ਦਿੱਤੇ ਆ 17,700, ਅਤੇ 143 ਫਾਈਟਰ ਪਲੇਨ ਅਤੇ 625 ਟੈਂਕ ਵੀ ਤਬਾਹ ਕੀਤੇ ਆ। ਯੂਕਰੇਨ ਜਿਹਨੂੰ ਕਿ ਅਸਲੇ ਦੀ ਦੂਜੀ ਬਹੁਤ ਸਾਰੀ ਮਦਦ ਅਮਰੀਕਾ ਅਤੇ ਨੈਟੋ ਦੇ ਦੂਜੇ ਦੇਸ਼ਾਂ ਵੱਲੋਂ ਦਿੱਤੀ ਜਾ ਰਹੀ ਆ, ਰੂਸ ਨੂੰ ਉਹਨੇ ਰੋਕ ਦਿੱਤਾ ਉੱਥੇ ਹੀ, ਔਰ 1770 ਸੈਨਿਕ ਮਾਰਨੇ, 143 ਫਾਈਟਰ ਪਲੇਨ ਉਹਨਾਂ ਦੇ ਤਬਾਹ ਕਰਦੇ ਨੇ, 625 ਟੈਂਕ ਤਬਾਹ ਕਰਦੇ ਨੇ। ਇਹ ਦੱਸਦੇ ਆ ਕਿ ਯੂਕਰੇਨ ਨੇ ਹਾਰ ਨਹੀਂ ਮੰਨੀ ਅਤੇ ਉਹ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਨਾਲ ਲੜ ਰਿਹਾ ਆ। ਮਿਊਰੋਪੋਲ ਦੇ ਸਿਟੀ ਕਾਊਂਸਲ ਦਾ ਇਹ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਦੇ ਸ਼ਹਿਰ ਦੇ ਵਿੱਚ ਫਸੇ ਲਗਭਗ 2000 ਨਾਗਰਿਕ ਉੱਥੋਂ ਕੱਢੇ ਜਾ ਚੁੱਕੇ ਆ। ਜੰਗ ਦੇ ਵਿੱਚ ਦੋਨਾਂ ਦੇਸ਼ਾਂ ਦੇ ਜਿਹੜੀ ਸੈਨਾ ਆ ਉਹ ਜਿਹੜੇ ਆਮ ਲੋਕ ਆ ਉਹਨਾਂ ਦਾ ਨੁਕਸਾਨ ਦੋਵਾਂ ਦੇਸ਼ਾਂ ਦੀ ਸੈਨਾ ਕਰ ਰਹੀ ਆ। ਯੂਕਰੇਨ ਦੇ ਜਿਹੜੇ ਪ੍ਰੋਸੀਕਿਊਟਰ ਜਨਰਲ ਆਫਿਸਰ ਦੇ ਮੁਤਾਬਕ ਰੂਸੀ ਹਮਲੇ ਦੇ ਵਿੱਚ ਹੁਣ ਤੱਕ 153 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਅਤੇ 245 ਤੋਂ ਜ਼ਿਆਦਾ ਬੱਚੇ ਜ਼ਖਮੀ ਹੋ ਚੁੱਕੇ ਆ, ਅਤੇ 10 ਲੱਖ ਬੈਰਲ ਮਤਲਬ ਜਿਹੜਾ ਕੱਚਾ ਤੇਲ ਆ ਉਹ ਅਮਰੀਕਾ ਇਸ ਵੇਲੇ ਜਾਰੀ ਕਰ ਰਿਹਾ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੇ ਹਮਲੇ ਤੋਂ ਬਾਅਦ ਇਹ ਗੱਲਬਾਤ ਜਿਹੜੀ ਆ ਕਿ ਜਿਹੜੀਆਂ ਕੀਮਤਾਂ ਵੱਧ ਰਹੀਆਂ ਉਹਨੂੰ ਘੱਟ ਕਰਨ ਦੇ ਲਈ ਕਹੀ ਹੈ। ਦੇਖੋ ਵਾਈਟ ਹਾਊਸ ਜੇ ਇਹ ਸਟੈਪ ਲੈਂਦਾ ਹੈ ਤਾਂ ਇਹਦੇ ਨਾਲ ਕਿੰਨਾ ਕੁ ਵੱਡਾ ਫਾਇਦਾ ਹੁੰਦਾ ਆ। ਉੱਧਰ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਅਜੇ ਵੀ ਇਹਦੇ ਅਸਾਰ ਲੱਗਦੇ ਆ ਕਿ ਲੜਾਈ ਕਿਤੇ ਨਾ ਕਿਤੇ ਗੱਲਬਾਤ ਦੇ ਨਾਲ ਖਤਮ ਹੋ ਜਾਵੇ। ਵਲਾਦੀਮੀਰ ਪੁਤਿਨ ਨੇ ਗੱਲਬਾਤ ਕਹਿ ਰਿਹਾ ਕਿ ਰੂਸ ਦੇ ਜਿਹੜੀ ਕੁਦਰਤੀ ਗੈਸ ਖਰੀਦਣ ਦੇ ਲਈ ਵਿਦੇਸ਼ੀ ਖਰੀਦਣ ਰੂਸੀ ਬੈਂਕਾਂ 'ਤੇ ਰੂਬਲ ਵਾਲੇ ਖਾਤੇ ਖੁਲਾਉਣੇ ਹੋਣਗੇ, ਅਤੇ ਅੱਜ ਉਹਨਾਂ ਖਾਤਿਆਂ ਦੀ ਜਿਹੜੀ ਗੈਸ ਦੀ ਆਪੂਰਤੀ ਹੈ ਉਹਦੇ ਲਈ ਭੁਗਤਾਨ ਤਾਂ ਹੀ ਸਵੀਕਾਰ ਕੀਤਾ ਜਾਊਗਾ। ਨੈਟੋ ਦੇ ਜਿਹੜੇ ਹੈਗੇ ਨੇ ਉਹ ਇਹ ਕਹਿ ਰਹੇ ਆ ਕਿ ਯੂਕਰੇਨ ਦੇ ਵਿੱਚ ਰੂਸੀ ਸੈਨਿਕਾਂ ਨੂੰ ਪਿੱਛੇ ਨਹੀਂ ਹਟ ਰਹੇ, ਸਗੋਂ ਉਹ ਡੋਨਬਾਸ ਖੇਤਰ ਦੇ ਵਿੱਚ ਉੱਥੇ ਇਕੱਠੇ ਹੋ ਰਹੇ ਆ, ਜਦੋਂ ਕਿ ਰਸ਼ੀਆ ਇਹ ਕਹਿ ਰਿਹਾ ਸੀ ਕਿ ਅਸੀਂ ਹੁਣ ਉੱਥੇ
ਥੋੜ੍ਹਾ ਜਿਹਾ ਰਾਜਧਾਨੀ ਦੇ ਨੇੜੇ ਸੀਜ਼ ਫਾਇਰ ਕਰ ਰਹੇ ਹਾਂ, ਅਸੀਂ ਉੱਥੋਂ ਪਿੱਛੇ ਹਟਣ ਦਾ ਯਤਨ ਕਰ ਰਹੇ ਹਾਂ। ਗੱਲਾਂ ਬਾਤਾਂ ਐਸੇ ਵੱਲੋਂ ਅੱਜ ਤੱਕ ਚੱਲ ਰਹੀਆਂ ਨੇ। ਦੇਖੋ ਕਦੋਂ ਇਸ ਸਾਰੀ ਲੜਾਈ ਦਾ ਖਾਤਮਾ ਹੁੰਦਾ, ਕਦੋਂ ਇਹ ਸਾਰਾ ਕੁਛ ਠੀਕ ਠਾਕ ਹੁੰਦਾ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਪਰਮਿੰਦਰ ਸਿੰਘ ਥਿੰਦ ਹੋਣਾ ਨਾਲ ਕਿ ਜਿਹੜਾ ਸਟੂਡੈਂਟਸ ਦਾ ਇੰਸ਼ੋਰੈਂਸ ਆ ਇਹ MSP ਨਾਲੋਂ ਵੀ ਵਧੀਆ ਕਿੱਦਾਂ ਆ, ਕੀ ਕੀ ਇਹਦੇ ਵਿੱਚ ਘੁੰਡੀਆਂ ਆ, ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਅਤੇ ਬਾਅਦ ਦੇ ਵਿੱਚ ਆਪਾਂ ਜਿਹੜਾ ਪੰਜਾਬ ਭਵਨ ਦੇ ਵਿੱਚ 10 ਅਪ੍ਰੈਲ ਨੂੰ ਸਮਾਗਮ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਅਸੀਂ ਖਾਸ ਗੱਲਬਾਤ ਕਰਨੀ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਇੰਸ਼ੋਰੈਂਸ ਸੰਬੰਧੀ। ਜਿਹੜੇ ਲੋਕ PR ਨੇ, ਕੈਨੇਡਾ ਦੇ ਵਿੱਚ ਰਹਿੰਦੇ ਨੇ, ਸਿਟੀਜ਼ਨ ਨੇ, ਇੱਥੇ ਦੇ ਪਰਮਾਨੈਂਟ ਰੈਜ਼ੀਡੈਂਸ ਨੇ, ਉਹਨਾਂ ਨੂੰ MSP ਹੁੰਦੀ ਆ, ਉਹਦੇ ਤਹਿਤ ਉਹ ਕਵਰ ਹੁੰਦੇ ਆ ਤਾਂ ਉਹਨਾਂ ਦਾ ਸਾਰਾ ਇਲਾਜ ਫ੍ਰੀ ਹੁੰਦਾ। ਪਰ ਉਹਦੇ ਵਿੱਚ ਸਾਰਾ ਕੁਛ ਕਵਰ ਨਹੀਂ ਹੁੰਦਾ। ਤੁਹਾਡੀਆਂ ਆਈਜ਼, ਤੁਹਾਡਾ ਡੈਂਟਲ, ਇਹ ਸਾਰਾ ਕੁਛ ਵੱਖਰਾ ਹੁੰਦਾ ਜਾਂ ਉਹਦੇ ਵੱਖਰੇ ਵੱਖਰੇ ਹਿਸਾਬ ਕਿਤਾਬ ਹੁੰਦੇ ਆ। ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਇੱਥੇ ਆਉਂਦੇ ਆ ਉਹ ਬਹੁਤੀ ਵਾਰੀ ਡਾਕਟਰ ਕੋਲ ਨਹੀਂ ਜਾਂਦੇ। ਉਹਨਾਂ ਨੂੰ ਲੱਗਦਾ ਕਿ ਅਸੀਂ ਕਵਰਡ ਨਹੀਂ ਆ। ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕੀ ਕੀ ਕਵਰ ਹੁੰਦਾ, ਕੀ ਉਹ ਇੱਥੋਂ ਦਾ ਜਿਹੜਾ PR ਜਾਂ ਸਿਟੀਜ਼ਨ ਆ ਉਹਦੇ ਬਰਾਬਰ ਉਹਦੇ ਕੋਲ ਇੰਸ਼ੋਰੈਂਸ ਹੁੰਦੀ ਆ, ਉਹਦੇ ਨਾਲੋਂ ਥੋੜ੍ਹੀ ਘੱਟ ਹੁੰਦੀ ਆ ਜਾਂ ਉਹਦੇ ਨਾਲੋਂ ਵੱਧ ਹੁੰਦੀ ਆ। ਇਹਦੇ ਸੰਬੰਧੀ ਅਸੀਂ ਕੁਛ ਗੱਲਾਂ ਕਲੀਅਰ ਕਰਨ ਦੇ ਲਈ ਅੱਜ ਪਰਮਿੰਦਰ ਸਿੰਘ ਥਿੰਦ ਹੋਣਾ ਕੋਲ ਆਏ ਹਾਂ, ਥਿੰਕ ਇੰਸ਼ੋਰੈਂਸ 'ਤੇ। ਉਹਨਾਂ ਕੋਲ ਜਾਣਦੇ ਹਾਂ। ਥਿੰਦ ਸਾਹਿਬ, ਕਈ ਲੋਕ ਕਹਿੰਦੇ ਵੀ ਜਿਹੜੇ ਸਟੂਡੈਂਟ ਇੰਸ਼ੋਰੈਂਸ ਲੈ ਕੇ ਆਉਂਦੇ ਆ ਇਹਦੇ ਵਿੱਚ ਅੱਖਾਂ ਵੀ ਕਵਰ ਹੁੰਦੀਆਂ, ਦੰਦ ਵੀ ਕਵਰ ਹੁੰਦੇ ਆ ਅਤੇ ਬਹੁਤ ਕੁਛ ਉਹ ਕਵਰ ਹੁੰਦਾ ਜਿਹੜਾ ਇੱਥੋਂ ਦੇ ਪੱਕਿਆਂ ਦਾ ਵੀ ਕਵਰ ਨਹੀਂ ਹੁੰਦਾ। ਇਹ ਗੱਲ ਸੱਚੀ ਹੈ ਜੀ? ਬਿਲਕੁਲ ਗੱਲ ਸਹੀ ਹੈ ਜੀ। ਜਿਹੜੀ ਆਪਾਂ ਇੱਥੇ ਜੇ PR ਨੇ ਜਾਂ ਤੁਸੀਂ ਸਿਟੀਜ਼ਨ ਹੋ, ਤੁਹਾਡੀ MSP ਹੈ। MSP ਸਿਰਫ ਤੁਹਾਡੀਆਂ, ਆਪਾਂ ਡਾਕਟਰ ਕੋਲ ਫ੍ਰੀ ਜਾ ਸਕਦੇ ਹਾਂ। ਕੋਈ ਆਪਾਂ ਐਮਰਜੈਂਸੀ ਜਾਣਾ ਉਹ ਸਾਡਾ ਫ੍ਰੀ ਹੈਗਾ, ਪਰ ਨਾ ਸਾਡੀਆਂ ਦਵਾਈਆਂ ਕਵਰ ਨੇ, ਨਾ ਸਾਡਾ ਡੈਂਟਲ ਕਵਰ ਹੈ, ਨਾ ਸਾਡਾ ਕੋਈ ਐਨਕਾਂ ਕਵਰ ਨੇ, ਨਾ ਹੀ ਸਾਡੀਆਂ ਜੇ ਅਸੀਂ ਕੋਈ ਫਿਜ਼ੀਓਥੈਰੇਪੀ ਜਾਂਦੇ ਹਾਂ, ਕਾਇਰੋਪ੍ਰੈਕਟਰ ਜਾਂਦੇ ਹਾਂ ਜਾਂ ਅਸੀਂ ਦਵਾਈਆਂ, ਉਹ ਸਾਡੀਆਂ ਕਵਰ ਨਹੀਂ ਹੈਗੀਆਂ। ਜੇ ਸਟੂਡੈਂਟ ਨੇ, ਜੇ ਸਟੂਡੈਂਟ ਆਏ ਹੋਏ ਨੇ ਇੱਥੇ ਸਟੂਡੈਂਟ ਨੇ, ਉਹ ਆਪਦੀ ਟਰੈਵਲ ਇੰਸ਼ੋਰੈਂਸ ਲੈਂਦੇ ਨੇ। ਸਟੂਡੈਂਟ ਵਾਸਤੇ 2 ਮਿਲੀਅਨ ਦੀ ਕਵਰੇਜ ਹੈਗੀ ਜੀ। ਉਹਦੇ ਵਿੱਚ ਨਾਲੇ ਤੁਹਾਨੂੰ ਦਵਾਈਆਂ ਦੀ ਲੋੜ ਪੈ ਗਈ, ਦਵਾਈਆਂ ਦੀ ਕਵਰੇਜ ਹੈਗੀ ਹੈ। ਜੇ ਇਨ ਕੇਸ ਕਿਸੇ ਨੂੰ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ ਕਰਾਉਣੀ ਹੈ, ਵਿਜ਼ਡਮ ਟੂਥ ਕਢਾਉਣਾ, ਐਨਕਾਂ ਦੀ ਕਵਰੇਜ ਆ। ਹਰੇਕ ਸਾਲ ਤੁਸੀਂ ਇੱਕ ਵਾਰੀ ਆਪਦੀਆਂ ਨਿਗਾਹ ਚੈੱਕ ਕਰਾ ਸਕਦੇ ਹੋ। ਇਹ ਸਾਰੀਆਂ ਕਵਰੇਜ ਜਿਹੜੀਆਂ ਹੈਗੀਆਂ ਤੁਹਾਨੂੰ ਫ੍ਰੀ ਉਸ ਪਾਲਿਸੀ ਦੇ ਵਿੱਚ ਮਿਲਦੀਆਂ। MSP ਨਾਲੋਂ ਵੱਧ ਕਵਰੇਜ ਹੁੰਦੀ ਹੈ। ਤੁਸੀਂ ਗੱਲ ਸਹੀ ਹੈ, ਕਿਉਂਕਿ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਆਉਂਦੇ ਹੀ ਸਿੱਧਾ ਪੜ੍ਹਾਈ 'ਚ ਲੱਗ ਜਾਂਦੇ ਨੇ ਅਤੇ ਨਾਲ ਜਿਹੜਾ ਕੰਮ ਕਰਦੇ ਨੇ ਟਾਈਮ ਥੋੜ੍ਹਾ ਹੁੰਦਾ। ਪਰ ਇਹ ਵੀ ਜਦੋਂ ਵੀ ਉਹ ਕਿਸੇ ਵੀ ਪ੍ਰੋਫੈਸ਼ਨ ਨਾਲ ਗੱਲਬਾਤ ਕਰਦੇ ਨੇ, ਕਿਉਂਕਿ ਉਹਨਾਂ ਕੋਲ ਉਹ ਜੇ ਪਾਲਿਸੀ ਲਈ ਹੋਈ ਹੈ ਅਤੇ ਨਾਲੇ ਉਹ ਚੀਜ਼ਾਂ ਦੀਆਂ ਉਹਨਾਂ ਨੂੰ ਫਾਇਦਾ ਹੋ ਸਕਦਾ ਬਹੁਤ ਜ਼ਿਆਦਾ ਜੀ। ਥਿੰਦ ਸਾਹਿਬ, ਇਹ ਜਿਹੜੀ ਹੁਣ ਇੱਕ ਤੁਹਾਡੇ ਕੋਲ ਪਾਲਿਸੀ ਹੈ ਜਾਂ ਇਹਦਾ ਫ਼ਰਕ ਹੁੰਦਾ? ਇੱਕ ਕਾਲਜ ਕਈ ਵਾਰੀ ਇੰਸ਼ੋਰੈਂਸ ਕਰਦਾ, ਹਰ ਇੱਕ ਸਟੂਡੈਂਟ ਦਾ ਇੰਸ਼ੋਰੈਂਸ ਹੁੰਦਾ ਆ। ਇਹ ਹਰ ਇੱਕ ਇੰਸ਼ੋਰੈਂਸ ਦੇ ਵਿੱਚ ਹੀ ਮਤਲਬ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ, ਇੱਕ ਵਾਰੀ ਆਈ ਚੈੱਕਅਪ ਇਹ ਫ੍ਰੀ ਹੁੰਦਾ ਜੀ? ਹਾਂਜੀ, ਡਿਪੈਂਡ ਕਰਦਾ ਕਿਹੜੀ ਪਾਲਿਸੀ ਹੈਗੀ ਜੀ। ਕਿਉਂਕਿ ਸਕੂਲ ਕਾਲਜਿਸ ਵੀ ਟਰੈਵਲ ਇੰਸ਼ੋਰੈਂਸ ਹੀ ਉਹਨਾਂ ਨੂੰ ਬੱਚਿਆਂ ਨੂੰ ਕਹਿੰਦੇ ਵੀ ਤੁਸੀਂ ਜ਼ਰੂਰ ਲਓ, ਬਿਕੋਜ਼ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਇਹਨਾਂ ਦਾ ਪਤਾ ਨਹੀਂ ਹੈਗਾ। ਉਹ ਜੇ ਤੁਸੀਂ ਆਪਦੀ ਸ਼ਾਪ ਅਰਾਊਂਡ ਕਰ ਸਕਦੇ ਹੋ, ਕਿਉਂਕਿ ਸਟੂਡੈਂਟ ਕੋ ਆਪਸ਼ਨ ਹੁੰਦੀ ਹੈ, ਤੁਸੀਂ ਉਹਨੂੰ ਵੇਵ ਵੀ ਕਰ ਸਕਦੇ ਹੋ। ਜਿਹੜੇ ਸਕੂਲ ਦੇ ਥਰੂ ਲੈਣੀ, ਤੁਸੀਂ ਆਪਦੀ ਪਰਸਨਲ ਵੀ ਲੈ ਸਕਦੇ ਹੋ। ਫਿਰ ਤੁਸੀਂ ਕੰਪੇਅਰ ਕਰ ਸਕਦੇ ਹੋ ਤੁਹਾਨੂੰ ਕਿਸ ਚੀਜ਼ ਦਾ ਫਾਇਦਾ ਹੈਗਾ, ਕਿਹੜੀ ਕਵਰੇਜ ਕਿੱਦਾਂ ਕਵਰ ਕਰਦੀ ਹੈ। ਐਗਜ਼ਾਮਪਲ, ਉਹ ਇੱਕੋ ਹੀ ਕੰਪਨੀ ਨਾਲ ਡੀਲ ਕਰਦੇ ਨੇ ਸਕੂਲ ਵਾਲੇ, ਉਹਨਾਂ ਨੇ ਕਹਿਣਾ ਵੀ ਆਹੀ ਚੀਜ਼ ਹੈਗੀ ਸਾਡੇ ਕੋਲ। ਉਹਨਾਂ ਨੇ ਨਾ ਕੋਈ ਸਮਝਾਉਣ ਵਾਲਾ ਉੱਥੇ, ਉਹਨਾਂ ਨੇ ਕਿਹਾ ਵੀ ਆਹ ਪੈਕੇਜ ਇੰਨੀ ਪ੍ਰਾਈਸ ਹੈਗੀ ਹੈ। ਹੁਣ ਨਾ ਪੁੱਛ ਸਕਦੇ ਹਾਂ ਆਪਾਂ, ਨਾ ਸਾਨੂੰ ਪਤਾ ਉਹਦੇ 'ਚ ਕੀ ਕਵਰ ਹੈਗਾ। ਫਿਰ ਜਿਹੜੇ ਦੂਜੇ ਪਾਸੇ ਆ, ਤੁਹਾਨੂੰ ਪਤਾ ਵੀ ਸਾਨੂੰ ਜੇ ਚੀਜ਼ ਸਸਤੀ ਮਿਲਦੀ ਹੈ, ਕਵਰੇਜ ਵੱਧ ਹੈਗੇ ਨੇ, ਉਹ ਸਾਡੇ ਵਾਸਤੇ ਢੁਕਵੀਂ ਹੈਗੀ। ਫਿਰ ਉਸ ਹਿਸਾਬ ਨਾਲ ਅਸੀਂ ਆਪਦਾ ਡਿਸੀਜਨ ਬਣਾ ਸਕਦੇ ਹਾਂ ਜੀ। ਥਿੰਦ ਸਾਹਿਬ, ਇੱਕ ਕੋਈ ਗੱਲ ਕਰ ਰਿਹਾ ਸੀ ਵੀ ਮੰਨ ਲਓ ਇੱਥੇ ਕਿਸੇ ਬੱਚੇ ਦੇ ਰੱਬ ਨਾ ਕਰੇ ਸੱਟ ਲੱਗ ਜਾਵੇ, ਕਈ ਵਾਰੀ ਹਾਦਸੇ ਵਾਪਰ ਜਾਂਦੇ ਆ, ਸਟੂਡੈਂਟ ਆਮ ਤੌਰ 'ਤੇ ਇਕੱਲੇ ਹੁੰਦੇ ਆ। ਉਹ ਇਹ ਗੱਲ ਦੱਸ ਰਿਹਾ ਸੀ ਵੀ ਜੇ ਕਿਸੇ ਨੇ ਪਿੱਛੋਂ ਇੰਡੀਆ ਤੋਂ ਆਉਣਾ, ਬੰਦੇ ਦੇ ਸੱਟ ਲੱਗ ਗਈ ਆ, ਮਾਂ ਪਿਓ ਇੰਡੀਆ ਨੇ, ਉਹਨਾਂ ਨੂੰ ਜਿਹੜਾ ਪੇਰੈਂਟਸ ਨੂੰ ਵੀਜ਼ਾ ਲੈ ਲਿਆ ਉਹਨਾਂ ਨੇ ਅਤੇ ਉਹਨਾਂ ਨੇ ਆਉਣਾ ਆ ਇੱਥੇ, ਉਹ ਟਿਕਟ ਵੀ ਕਹਿੰਦੇ ਇਸੇ ਇੰਸ਼ੋਰੈਂਸ ਦੇ ਵਿੱਚ ਕਵਰ ਹੁੰਦੀ। ਇਹ ਕੀ ਹੁੰਦਾ ਮਾਮਲਾ ਜੀ? ਹਾਂਜੀ ਬਿਲਕੁਲ ਜੀ, ਤੁਸੀਂ ਹੈਰਾਨ ਹੋਗੇ। ਬਿਲਕੁਲ, ਜੇ ਕੋਈ ਸਟੂਡੈਂਟ ਹੈਗਾ, ਕੋਈ ਤੇ ਸੱਟ ਲੱਗ ਜਾਂਦੀ ਹੈ ਅਤੇ ਹਸਪਤਾਲ ਨੇ, ਉਹ ਬਿਲਕੁਲ ਕਿਉਂਕਿ ਇਕੱਲੇ ਨੇ, ਆਪਦੇ ਪੇਰੈਂਟਸ ਨੂੰ ਬੁਲਾ ਸਕਦੇ ਨੇ। ਉਹਨਾਂ ਦੀ ਟਿਕਟ ਫ੍ਰੀ ਹੋਊਗੀ। ਜਿੱਥੇ ਆਉਣਾ, ਉਤਰੇ ਏਅਰਪੋਰਟ 'ਤੇ, ਟੈਕਸੀ ਦਾ ਖਰਚਾ, ਹਸਪਤਾਲ ਤੱਕ ਜਾਣਾ, ਹਸਪਤਾਲ ਦਾ ਜੋ ਖਾਣਾ, ਜੋ ਆਪਦਾ ਦਿਨ ਦਾ ਡੇਲੀ ਜਿਹੜਾ ਜੋ ਖਾਣਾ ਪੀਣਾ, ਉਹਦੀ ਕਵਰੇਜ ਹੈਗੀ ਹੈ।
ਫੋਨ ਦੀ ਕਵਰੇਜ ਹੈਗੀ, ਜਿੰਨੇ ਵੀ ਬਿੱਲ ਨੇ ਤੁਹਾਡੇ ਐਕਸਪੈਂਸਿਸ ਨੇ ਉਹ ਸਾਰੇ ਕਵਰ ਨੇ। ਤੁਸੀਂ ਆਪਦੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਇੱਥੇ ਬੁਲਾਉਂਦੇ ਹੋ, ਹਾਂ ਜੇ ਇੱਥੇ ਕੋਈ ਬੱਚਾ ਕਿਸੇ ਦੀ ਇਹੋ ਜਿਹੀ ਘਟਨਾ ਘਟ ਜਾਂਦੀ ਹੈ, ਕੋਈ ਐਕਸੀਡੈਂਟਲ ਡੈਥ ਹੋ ਜਾਂਦੀ ਹੈ, ਉਹ ਵੀ ਵਿੱਚ ਇੰਸ਼ੋਰੈਂਸ ਕਵਰ ਹੈਗੀ। ਬੋਡੀ ਜਿਹੜੀ ਹੈ ਇੰਡੀਆ ਪਹੁੰਚਾਉਣੀ ਹੈ, ਉਹ ਵੀ ਵਿੱਚ ਉਹਦੀ ਕਵਰੇਜ ਦੇ ਵਿੱਚ ਹੁੰਦਾ। ਇਹ MSP 'ਚ ਇਹ ਚੀਜ਼ਾਂ ਨਹੀਂ ਹੈਗੀਆਂ। ਅਤੇ ਆਪਾਂ ਪੈਸੇ ਬਹੁਤ ਥੋੜ੍ਹੇ ਨੇ, ਭਾਵੇਂ ਬੱਚਾ ਕੋਈ 20 ਸਾਲ ਦਾ ਅਤੇ ਭਾਵੇਂ ਕੋਈ 28 ਸਾਲ ਦਾ, ਉਹ ਕਿਸ਼ਤ ਸਾਰਿਆਂ ਦੀ ਸੇਮ ਹੈਗੀ ਆ। ਆਲਮੋਸਟ $50 ਬਣਦੇ ਨੇ। ਤਾਂ ਇਹ ਆ ਵੀ ਹੁਣ ਜੇ ਆਪਾਂ $50 ਦਿੰਦੇ ਹਾਂ ਤਾਂ ਸਾਨੂੰ ਇਹ ਪਤਾ ਵੀ ਇਹ ਚੀਜ਼ਾਂ ਸਾਡੀਆਂ ਸਾਰੀਆਂ ਕਵਰ ਹੈਗੀਆਂ ਨੇ। ਪਰ ਇਹ ਵੀ $50 ਆਪਾਂ ਉੱਦਾਂ ਹੀ ਖਰਚ ਦਿੰਦੇ ਹਾਂ, $40-50 ਇਹ ਵੀ ਸਾਨੂੰ ਪਤਾ ਵੀ ਇਹ ਚੀਜ਼ਾਂ ਸਾਡੇ ਕੋਲ ਕਵਰ ਨੇ। ਇਹ ਵਿੱਚ ਜੇ ਆਪਾਂ ਗਿਣਤੀ ਕਰਦੇ ਹਾਂ ਉਹ ਅਨਵੈਲਿਊਬਲ, ਉਹਦੀ ਵੈਲਿਊ ਬਹੁਤ ਜ਼ਿਆਦਾ ਹੈ। ਆਪਾਂ ਇਹ ਗਿਣਤੀ ਕਰ ਨਹੀਂ ਸਕਦੇ ਵੀ ਦੇਖਦੇ ਵੀ ਜਿਹਨੇ ਹੁਣ ਐਗਜ਼ਾਮਪਲ 1 ਮਿੰਟ ਸੋਚ ਕੇ ਦੇਖੀਏ, ਬੁਲਾਉਣਾ ਪੈ ਗਿਆ ਕਿਸੇ ਨੂੰ, ਸਾਨੂੰ ਪਤਾ ਵੀ ਅੱਜ ਸੱਟ ਲੱਗੀ ਆ, ਉਹਨਾਂ ਦੀਆਂ ਸਾਰੀਆਂ ਟਿਕਟਾਂ, ਖਾਣ ਪੀਣ ਦਾ, ਰਹਿਣ ਦਾ ਖਰਚਾ, ਇਸ ਤੋਂ ਬਾਅਦ ਹੋਰ ਵਧੀਆ ਕੀ ਹੋ ਸਕਦਾ ਜੀ। ਇਹ ਮਤਲਬ ਥਿੰਨ ਸਾਹਿਬ ਕੋਈ ਸਪੈਸ਼ਲ ਪਾਲਿਸੀ ਲੈਣੀ ਪੈਂਦੀ ਹੈ ਇਹਦੇ ਲਈ, ਜਾਂ ਤੁਹਾਡਾ ਕੋਈ ਤਜਰਬਾ ਹੁੰਦਾ ਇਹਨਾਂ ਨਾਲ ਕਿ ਜਿਹੜੇ ਬਹੁਤੇ ਸਟੂਡੈਂਟ ਆਉਂਦੇ ਆ ਲਗਭਗ ਉਹੀ ਪਾਲਿਸੀ ਹੁੰਦੀ ਆ? ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਈ ਵਾਰੀ ਸਟੂਡੈਂਟ ਨੇ ਪਾਲਿਸੀ ਲਈ ਆ, ਉਹਨੂੰ ਪਤਾ ਹੀ ਨਹੀਂ ਕਿ ਇਹਦੇ ਵਿੱਚ ਆਹ ਚੀਜ਼ਾਂ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ ਕਵਰ ਆ। ਹਾਂਜੀ, ਤਾਂ ਹੀ ਆਪਾਂ ਜਿਹੜੀ ਗੱਲ ਕੀਤੀ, ਜਦੋਂ ਸਕੂਲ ਨੇ ਜਿਹੜੀ ਚੀਜ਼ ਨਾਲ ਫੀ ਦੇ ਨਾਲ ਲਾ ਕੇ ਐਡ ਕਰਕੇ ਦੇਤੀ, ਹੁਣ ਸਟੂਡੈਂਟ ਨੂੰ ਇਹ ਨਹੀਂ ਪਤਾ ਵੀ ਇਹ ਚੀਜ਼, ਕਿਉਂਕਿ ਇੱਕ ਤਾਂ ਸਾਡਾ ਹੁੰਦਾ ਆਉਂਦੇ, ਇੱਕ ਹੁੰਦਾ ਵੀ ਚਾਹ ਅਸੀਂ ਸਕੂਲ 'ਚ ਜਾਣ ਲੱਗ ਗਏ। ਹੁਣ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਹੁੰਦਾ ਵੀ ਕਿੰਨਾ, ਨਾ ਹੀ ਟਾਈਮ ਹੈਗਾ, ਨਾ ਹੀ ਉਹਨਾਂ ਕੋਲ ਹੈਗਾ ਸਾਰੇ ਬਰੋਸ਼ਰ ਪੜ੍ਹਨ ਦਾ, ਨਾ ਹੀ ਉੱਥੇ ਕੋਈ ਸਮਝਾਉਣ ਵਾਲਾ ਹੈਗਾ ਵੀ ਇਸ ਇੰਸ਼ੋਰੈਂਸ ਤੁਹਾਡੀਆਂ ਆਹ ਚੀਜ਼ਾਂ ਕਵਰ ਹੈਗੀਆਂ ਨੇ। ਹੁਣ ਤਾਂ ਜੇ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਕੋਲ ਬਾਹਰੋਂ ਆਪਦੀ ਪਾਲਿਸੀ ਲਈ ਹੋਈ ਹੈ, ਫਿਰ ਉਹਦੀ ਜੌਬ ਬਣਦੀ ਤੁਹਾਨੂੰ ਸਮਝਾਉਣਾ ਕੀ ਕਵਰੇਜ ਹੈਗੀ ਆ, ਕੀ ਇਹਦੀ ਕਿਸ਼ਤ ਹੈਗੀ ਆ। ਫਿਰ ਜੇ ਪਤਾ ਹੋਊਗਾ ਤਾਂ ਹੀ ਉਹ ਚੀਜ਼ਾਂ ਨੂੰ ਯੂਟੀਲਾਈਜ਼ ਕਰ ਸਕਦੇ ਨੇ। ਪਤਾ ਵੀ ਹੁਣ ਕਾਇਰੋ, ਫਿਜ਼ੀਓ, ਐਨਕਾਂ ਚੈੱਕਅਪ ਕਰਾਉਣਾ, ਨਾਲੇ ਜਿਹੜਾ ਸਾਲ ਦਾ ਚੈੱਕਅਪ ਹੈਗਾ ਉਹ ਬਹੁਤ ਫਰੀ ਹੈ। ਕਈ ਵਾਰੀ ਅਸੀਂ ਆਉਂਦੇ ਹਾਂ, ਸਾਨੂੰ ਪਤਾ ਨਹੀਂ ਵੀ ਸਾਡੀ ਹੈਲਥ ਕੰਡੀਸ਼ਨ ਕਿੱਦਾਂ ਦੀ ਹੈਗੀ ਹੈ, ਉਹ ਜਿਹੜਾ ਸਾਲ ਦਾ ਫਰੀ ਚੈੱਕਅਪ ਇੱਥੇ ਹੈਗਾ ਉਹ ਤੁਹਾਡੀ ਪਾਲਿਸੀ 'ਚ ਬਿਲਕੁਲ ਫਰੀ ਹੈਗਾ, ਜਿਹੜੀ ਆਪਾਂ ਟਰੈਵਲ ਪਾਲਿਸੀ, ਸਟੂਡੈਂਟ ਦੀ ਪਾਲਿਸੀ ਕਰਾਉਂਦੇ ਹਾਂ ਜੀ। ਹੁਣ ਮੰਨ ਲਓ ਸਟੂਡੈਂਟ ਆ ਗਿਆ, ਇੰਸ਼ੋਰੈਂਸ ਉਹਨੇ ਲੈ ਲਿਆ, ਉਹਨੂੰ ਨਹੀਂ ਪਤਾ ਇੰਡੀਆ 'ਚੋਂ ਕਿਸੇ ਏਜੰਟ ਨੇ ਜਿਹਨੇ ਫਾਰਮ ਭਰਿਆ ਸੀ ਉਹਨੇ ਕਰ ਦਿੱਤਾ, ਉਹਨੂੰ ਇਹ ਕਿੱਦਾਂ ਪਤਾ ਲੱਗੇ ਕਿ ਮੇਰੇ ਇੰਸ਼ੋਰੈਂਸ ਦੇ ਵਿੱਚ ਆਹ ਚੀਜ਼ਾਂ ਕਵਰ ਆ ਅਤੇ ਆਹ ਨਹੀਂ? ਹਾਂਜੀ, ਜਿੰਨੀਆਂ ਵੀ ਪਾਲਿਸੀ ਲੈਣਾ, ਪਾਲਿਸੀ 2 ਤਰੀਕੇ ਦੀ। ਇੱਕ ਤਾਂ ਆਪਾਂ ਸਿਰਫ ਜਿਹੜਾ ਕੋਈ ਵਿਜ਼ਿਟ ਕਰਨ ਆਇਆ ਜੀ, ਉਹ ਵਿਜ਼ਟਰ ਦੀ ਇੰਸ਼ੋਰੈਂਸ ਹੋ ਗਈ। ਸਟੂਡੈਂਟ ਦੀ ਜਿਹੜਾ ਸਪੈਸ਼ਲ ਪੈਕੇਜ ਕੰਪਨੀਆਂ ਨੇ ਡਿਜ਼ਾਈਨ ਕੀਤਾ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ, ਜਾਂ ਸਟੂਡੈਂਟ ਜਿਹੜੇ ਸਾਡੇ ਕੋਲ ਆ ਰਹੇ ਨੇ, ਜਾਂ ਕੈਨੇਡੀਅਨ ਬੱਚੇ ਬਾਹਰ ਪੜ੍ਹਨ ਜਾ ਰਹੇ ਨੇ, ਦੋਵਾਂ ਪਾਸੇ ਉਹ ਜਿਹੜੀ ਕਵਰੇਜ ਕਰਦੀ। ਇੱਦਾਂ ਹੀ ਜੇ ਸਾਡੇ ਬੱਚੇ ਵੀ ਕਿਤੇ ਬਾਹਰ ਪੜ੍ਹਨ ਜਾ ਰਹੇ, ਅਮਰੀਕਾ ਜਾਂ ਆਸਟ੍ਰੇਲੀਆ ਜਾਂ ਇੰਗਲੈਂਡ ਜਾ ਰਹੇ ਆ, ਉਹਨਾਂ ਦੀ ਕਵਰੇਜ ਵੀ ਇੱਦਾਂ ਹੀ ਹੈ ਜਿੱਦਾਂ ਸਾਡੀ ਕਵਰੇਜ ਇੱਥੇ ਹੈਗੀ। ਜਿਹੜੀਆਂ ਸਾਰੀਆਂ ਡੀਟੇਲ ਦੱਸੀਆਂ, ਉਹਨਾਂ ਨੂੰ ਵੀ ਇਹ ਸੁਵਿਧਾਵਾਂ ਉੱਥੇ ਜਾ ਕੇ ਮਿਲ ਸਕਦੀਆਂ। ਕੋਈ ਆਸਟ੍ਰੇਲੀਆ ਪੜ੍ਹਨ ਜਾਂਦਾ ਜਾਂ ਇੰਗਲੈਂਡ ਪੜ੍ਹਨ ਜਾਂਦਾ, ਉਹਨਾਂ ਨੂੰ ਵੀ ਪਤਾ ਜੀ ਸਾਡਾ ਉੱਥੇ ਮੈਡੀਕਲ ਚੈੱਕਅਪ ਕਰਾਉਣਾ, ਅਤੇ ਉਹਨਾਂ ਵਾਸਤੇ ਵੀ ਸੇਮ ਪਾਲਿਸੀਜ਼ ਹੋਊਗੀ। ਇਹ ਸਿਰਫ ਸਟੂਡੈਂਟ ਵਾਸਤੇ ਹੀ ਪੈਕੇਜ ਡਿਜ਼ਾਈਨ ਕੀਤਾ ਗਿਆ ਕੰਪਨੀਆਂ ਨੇ। ਅਤੇ ਮੰਨ ਲਓ ਕੋਈ ਸਟੂਡੈਂਟ ਇੱਥੇ ਆ ਗਿਆ, ਉਹ ਇਹਦੇ ਤੋਂ ਬਾਅਦ 'ਚੋਂ ਡਿਸਾਈਡ ਕਰ ਲੈਂਦਾ ਵੀ ਮੈਂ ਥੋੜ੍ਹੇ ਚਿਰ ਦੇ ਲਈ ਆਪਣੇ ਕਿਸੇ ਰਿਸ਼ਤੇਦਾਰ ਨੂੰ ਇੰਗਲੈਂਡ ਮਿਲਣ ਜਾਣਾ, ਜਾਂ ਉਹਨੇ ਅਮਰੀਕਾ ਜਾਣਾ, ਇਹ ਇੰਸ਼ੋਰੈਂਸ ਉੱਥੇ ਵੀ ਕਵਰ ਹੋਊਗਾ ਜਿਹੜਾ ਸਟੂਡੈਂਟ ਦਾ? ਕਿਉਂਕਿ MSP ਤਾਂ ਕਵਰ ਹੁੰਦੀ ਨਹੀਂ, ਆਪਾਂ ਬਾਏ ਕਰਦੇ ਹਾਂ। ਹਾਂਜੀ, ਇਹ ਵੀ ਬਹੁਤ ਵਧੀਆ ਕੁਐਸਚਨ। ਜੇ ਆਪਾਂ ਹੁਣ ਜੇ ਵੈਲਿਊ ਦੀ ਗੱਲ ਕਰਦੇ ਹਾਂ, ਆਪਾਂ $50-55 ਦੀ ਗੱਲ ਕੀਤੀ ਸੀ ਵੈਲਿਊ। ਬਿਲਕੁਲ ਜਿਹੜਾ ਸਟੂਡੈਂਟ ਇੱਥੇ ਆਇਆ ਹੋਇਆ, ਇੱਥੋਂ ਬਾਅਦ ਨੂੰ ਲੱਗਿਆ ਵੀ ਚਲੋ ਮੈਂ ਮੈਕਸੀਕੋ ਘੁੰਮਣ ਜਾਣਾ, ਵਿੱਚੋਂ ਛੁੱਟੀਆਂ ਹੈਗੀਆਂ ਨੇ, ਮੈਂ USA ਰਿਸ਼ਤੇਦਾਰ ਨੇ ਉੱਥੇ ਜਾਣਾ, ਆਹੀ ਤੁਹਾਡੀ ਟਰੈਵਲ ਪਾਲਿਸੀ ਤੁਹਾਡੀ ਬਿਲਕੁਲ ਤੁਹਾਡੀ ਕਵਰੇਜ ਕਰੂਗੀ। ਤੁਸੀਂ ਉੱਥੇ ਵੀ ਜਾ ਸਕਦੇ ਹੋ ਐਜ਼ ਲੌਂਗ ਐਜ਼ ਤੁਸੀਂ 51% ਤੁਸੀਂ ਇੱਥੇ ਸਟੇ ਕਰਦੇ ਹੋ। ਜੇ ਥੋੜ੍ਹਾ ਟਾਈਮ 49% ਤੁਸੀਂ ਉੱਥੇ ਰਹਿ ਰਹੇ ਹੋ, ਤੁਹਾਡੀ ਬਿਲਕੁਲ ਕਵਰੇਜ ਹੈਗੀ ਹੈ। ਹੁਣ ਇਹ ਦੇਖੀਏ ਵੀ ਇਟਸ ਅ ਬਿਗ ਥਿੰਗ, ਜੇ ਹੁਣ US ਜਾ ਕੇ ਕਿਸੇ ਨੂੰ ਸੱਟ ਲੱਗ ਗਈ, ਉਹੀ ਪਾਲਿਸੀ ਤੁਹਾਡੀ ਕਵਰ ਕਰੂਗੀ ਜਿਹੜੀ ਤੁਸੀਂ ਪਾਲਿਸੀ ਇੱਥੇ ਲਈ ਹੋਈ ਹੈ। ਹੁਣ ਜੇ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਵਿੱਚ ਪੈਕੇਜ ਦੇ ਵਿੱਚ ਕੀ ਹੈਗਾ, ਇਹ ਚੀਜ਼ਾਂ ਤੁਸੀਂ ਅਣਗਹਿਲੀ ਕਰ ਜਾਂਦੇ, ਕਹਿੰਦੇ ਚਲੋ ਹੁਣ ਸੱਟ ਲੱਗ ਗਈ, ਪੈਸੇ ਦੇਣੇ ਹੀ ਪੈਣੇ ਨੇ ਸਾਨੂੰ, ਪਰ ਇਹ ਚੀਜ਼ਾਂ ਬਿਲਕੁਲ ਵਿੱਚ ਕਵਰ ਹੈਗੀਆਂ ਜੀ। ਅਤੇ ਇਹ ਜਦੋਂ ਇੰਡੀਆ ਤੋਂ ਹੁਣ ਸਟੂਡੈਂਟਸ ਬਹੁਤ ਸਾਰੇ ਆ ਰਹੇ ਆ, ਉਹ ਇਹ ਪਾਲਿਸੀ ਬਾਰੇ ਕਿੱਦਾਂ ਪਤਾ ਕਰਨ, ਜਾਂ ਕੀ ਇੱਥੇ ਲੈਂਡ ਕਰਨ ਤੋਂ ਬਾਅਦ ਇੰਸ਼ੋਰੈਂਸ ਬਾਏ ਕਰ ਸਕਦੇ ਆ ਇੱਥੋਂ? ਹਾਂਜੀ, ਬਿਲਕੁਲ ਲੈਂਡ ਕਰਨ ਤੋਂ ਪਹਿਲਾਂ ਵੀ ਪਾਲਿਸੀ ਉਹਨਾਂ ਦੇ ਉਹ ਲੈ ਸਕਦੇ, ਤੁਹਾਡੀ ਉਹਨਾਂ ਦੀ ਕਵਰੇਜ ਸ਼ੁਰੂ ਹੋ ਜਾਊਗੀ। ਆਉਂਦੇ ਉਹਨਾਂ ਨੂੰ ਪਤਾ, ਆਉਂਦੇ ਬਿਲਕੁਲ ਪ੍ਰੋਟੈਕਟਡ ਹੈਗੇ ਨੇ, ਕਿਉਂਕਿ ਜਿਹੜੀਆਂ ਕਈ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੇ ਉਹ 90 ਡੇਜ਼ ਤੱਕ ਸਟੇਬਲ ਚਾਹੀਦੇ ਨੇ। ਐਗਜ਼ਾਮਪਲ ਜੇ ਕੋਈ BP ਦੀ ਗੋਲੀ ਲੈਂਦਾ ਜਾਂ ਸ਼ੂਗਰ ਦੀ ਗੋਲੀ ਲੈਂਦਾ, ਕੋਈ ਹੈਲਥ ਇਸ਼ੂਜ਼ ਹੈਗੇ ਨੇ, ਐਜ਼ ਲੌਂਗ ਐਜ਼ ਉਹ 90 ਦਿਨ ਤੋਂ ਪਹਿਲਾਂ ਸਟੇਬਲ ਨੇ, ਉਹਨਾਂ ਦੀ ਕਵਰੇਜ ਇੱਥੇ ਬਿਲਕੁਲ ਉਹੀ ਚੀਜ਼ ਜਿਹੜੀ ਹੈਗੀ ਇੱਥੇ ਵੈਲਿਡ ਮੰਨੀ ਜਾਊਗੀ। ਉਹ ਆਉਣ ਤੋਂ ਪਹਿਲਾਂ ਵੀ ਪਾਲਿਸੀ ਲੈ ਸਕਦੇ ਨੇ, ਆਉਣ ਤੋਂ ਬਾਅਦ ਵੀ ਪਾਲਿਸੀ ਲੈ ਸਕਦੇ। ਜਦੋਂ ਆਪਾਂ ਆਉਣ ਤੋਂ ਬਾਅਦ 'ਚ ਪਾਲਿਸੀ ਲੈਂਦੇ ਹਾਂ, ਉਹਦੇ ਵਿੱਚ ਜਦੋਂ ਗੈਪ ਹੋ ਜਾਂਦਾ ਹੈ, ਗੈਪ ਕਰਕੇ ਕਈ ਵਾਰੀ ਜਿਹੜੀ ਕਵਰੇਜ ਹੈ ਉਹ ਸਾਨੂੰ ਇੱਕੋ ਦਮ ਕਵਰ ਨਹੀਂ ਕਰਦੇ। ਮੇਰਾ ਕਹਿਣ ਦਾ ਭਾਵ ਹੈ, ਜੇ ਕੋਈ ਵੀਕ ਪਹਿਲਾਂ ਆਇਆ ਸੀਗਾ, ਵੀਕ ਪਹਿਲਾਂ ਵਿੱਚ ਗੈਪ ਹੋ ਗਿਆ, ਅੱਜ ਕਵਰੇਜ ਲਈ 1 ਹਫ਼ਤੇ ਬਾਅਦ, ਜੇ ਹੁਣ ਸਾਨੂੰ ਅੱਜ ਹੀ ਲੋੜ ਪੈ ਗਈ ਹਸਪਤਾਲ ਜਾਣਾ, ਉਹ ਕਵਰੇਜ ਨਹੀਂ ਹੋਊਗੀ, ਬਿਕੋਜ਼ ਸਾਡਾ ਪਹਿਲਾਂ ਗੈਪ ਸੀਗਾ, ਬਿਕੋਜ਼ ਉਹਦਾ ਵੇਟਿੰਗ ਪੀਰੀਅਡ ਇਸ ਕਰਕੇ ਕਹਿ ਦਿੰਦੇ ਹਾਂ। ਇਸ ਕਰਕੇ ਵੀ ਵੇਟਿੰਗ ਪੀਰੀਅਡ ਹੈ ਉਹੀ ਹੈ ਜਿੰਨੀ ਪਹਿਲਾਂ ਆਪਾਂ ਚੀਜ਼ ਲਈ ਹੋਵੇ, ਸਾਨੂੰ ਪਤਾ ਵੀ ਚੀਜ਼ 'ਤੇ ਲੋੜ ਹੈਗੀ ਆ,
ਇੰਡੀਆ ਬੈਠੇ ਵੀ ਪਾਲਿਸੀ ਲੈ ਸਕਦੇ, ਜੇ ਇੱਥੇ ਰਿਸ਼ਤੇਦਾਰ ਉਹ ਵੀ ਉਹਨਾਂ ਦੀ ਪਾਲਿਸੀ ਖਰੀਦ ਸਕਦੇ। ਇਹ ਨਹੀਂ ਵੀ ਇੱਥੇ ਆ ਕੇ ਪਾਲਿਸੀ ਖਰੀਦਣੀ ਹੈ, ਪਰ ਹਾਂ ਸਟੂਡੈਂਟ ਆਈਡੀ ਚਾਹੀਦੀ ਉਹਨਾਂ ਦੀ, ਲੈਜਿਟ ਸਟੂਡੈਂਟ ਹੋਣ ਇਹ ਪੈਕੇਜ ਲੈਣ ਵਾਸਤੇ। ਅਤੇ ਇਹ ਜਿਹੜੀ ਥਿੰਕ ਇੰਸ਼ੋਰੈਂਸ ਆ ਔਨਲਾਈਨ ਵੀ ਉਹਨੂੰ ਐਕਸੈਸ ਕੀਤਾ ਜਾ ਸਕਦਾ ਜੀ? ਹਾਂਜੀ ਬਿਲਕੁਲ, ਜੇ ਕੋਈ ਬੈਠਾ ਸੀ ਉਹਨਾਂ ਨੂੰ ਲਿੰਕ ਭੇਜ ਸਕਦੇ ਹਾਂ, ਉਹ ਘਰੇ ਬੈਠੇ ਹੀ ਲਿੰਕ ਤੋਂ ਹੀ ਆਪਦੀ ਪਾਲਿਸੀ ਆਪ ਖਰੀਦ ਸਕਦੇ ਨੇ, ਜਾਂ ਸਾਨੂੰ ਇਨਫੋਰਮੇਸ਼ਨ ਭੇਜ ਸਕਦੇ ਨੇ। ਅਸੀਂ ਔਨਲਾਈਨ ਥਿੰਕ ਇੰਸ਼ੋਰੈਂਸ ਉੱਥੇ ਪ੍ਰੋਸੈਸ ਕਰਕੇ ਉਹਨਾਂ ਨੂੰ ਈਮੇਲ ਕਰ ਦਿਆਂਗੇ ਪਾਲਿਸੀ। ਫਿਰ ਉਹਨਾਂ ਕੋਲ ਪੇਪਰ ਦੇ ਨਾਲ ਜਿਹੜੀ ਡੀਟੇਲ ਕਵਰੇਜ ਹੈ ਉਹਨਾਂ ਕੋਲ ਚਲੇ ਜਾਂਦੀ, ਸਾਡੇ ਪੈਕੇਜ ਦੇ ਵਿੱਚ ਕੀ ਕਵਰੇਜ ਹੈ। ਕਈ ਚੀਜ਼ਾਂ ਦੀ ਨਹੀਂ ਸਮਝ ਲੱਗਦੀ, ਸਾਨੂੰ ਫ਼ੋਨ ਕਰਕੇ ਵੀ ਥਿੰਕ ਇੰਸ਼ੋਰੈਂਸ ਦੀ ਟੀਮ ਨੂੰ ਸਮਝ ਸਕਦਾ ਜੀ। ਅਤੇ ਸਰ ਇੱਕ ਗੱਲ ਹੋਰ, ਅਸੀਂ ਪਿਛਲੀ ਵਾਰੀ ਨਾ ਗੱਲ ਕੀਤੀ ਸੀ ਸੁਪਰ ਵੀਜ਼ਾ ਇੰਸ਼ੋਰੈਂਸ ਦੀ, ਕਿ ਸੁਪਰ ਵੀਜ਼ੇ ਦੇ ਉੱਤੇ ਜਿਹੜੇ ਮਾਪੇ ਆਉਂਦੇ ਆ ਉਹਨਾਂ ਦਾ ਇੰਸ਼ੋਰੈਂਸ ਤੁਸੀਂ ਕਿਹਾ ਸੀ ਵੀ ਜ਼ਰੂਰੀ ਨਹੀਂ ਇਕੱਠਾ ਹੀ ਦੇਣਾ, ਉਹਨੂੰ ਪੇਮੈਂਟ ਦੇ ਵਿੱਚ ਵੀ ਦਿੱਤਾ ਜਾ ਸਕਦਾ। ਹੁਣ ਅਗਲਾ ਸਵਾਲ ਲੋਕਾਂ ਦਾ ਇਹ ਆ ਕਿ ਜੇ ਪੇਮੈਂਟ ਦੇ ਵਿੱਚ ਦਿੱਤਾ ਜਾ ਸਕਦਾ ਤਾਂ ਕੀ ਇਹਦੇ ਤੋਂ ਪਹਿਲਾਂ ਕ੍ਰੈਡਿਟ ਚੈੱਕ ਹੁੰਦਾ, ਅਤੇ ਕੀ ਉਹ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ ਅਸਰ ਪਾਉਂਦਾ, ਤਾਂ ਜੇ ਕਿਤੇ ਉਹ ਪੇਮੈਂਟ ਮਿਸ ਹੋ ਜਾਂਦੀ ਉਹਦਾ ਕੀ ਹਿਸਾਬ ਹੁੰਦਾ ਜੀ? ਹਾਂਜੀ ਬਹੁਤ ਵਧੀਆ ਕੁਐਸਚਨ ਹੈ ਜੀ, ਕਿਉਂਕਿ ਆਪਾਂ ਤਾਂ ਹੀ ਇੰਟਰਵਿਊ ਕਰਦੇ ਹਾਂ, ਜਿਹੜੇ ਲੋਕਾਂ ਦੇ ਕੁਐਸਚਨ ਨੇ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਦੱਸੀਏ, ਕਿਉਂਕਿ ਹੋਰ ਲੋਕਾਂ ਦੇ ਕੁਐਸਚਨ ਵੀ ਹੋ ਸਕਦੇ ਨੇ। ਬਿਲਕੁਲ ਕਈਆਂ ਨੂੰ ਇਹ ਡਰ ਹੁੰਦਾ ਜੀ ਮੇਰਾ ਕ੍ਰੈਡਿਟ, ਮੈਂ ਘਰ ਲੈਣਾ ਉੱਧਰੋਂ ਜਾਂ ਮੈਂ ਗੱਡੀ ਲੈਣੀ ਹੈ ਤਾਂ ਮੇਰਾ ਕ੍ਰੈਡਿਟ ਸਕੋਰ ਥੱਲੇ ਨਾ ਚਲਾ ਜਾਏ ਮੰਥਲੀ ਮੈਂ ਸੁਪਰ ਵੀਜ਼ਾ ਲੈ। ਜਿਹੜੀ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਤੁਹਾਡੇ ਕ੍ਰੈਡਿਟ 'ਤੇ ਬਿਲਕੁਲ ਹਿੱਟ ਨਹੀਂ ਕਰਦੀ, ਕਿਉਂਕਿ ਇਸ ਕਰਕੇ ਨਹੀਂ ਕਰਦੀ ਕਿਉਂਕਿ ਨਾ ਕਈ ਵਾਰੀ ਆਪਣੀ ਕਿਸ਼ਤਾਂ ਮਿਸ ਹੋ ਕੈਂਸਲ ਹੋ ਗਏ, ਅਸੀਂ ਡਰਦੇ ਰਹੇ ਸਾਡਾ ਕ੍ਰੈਡਿਟ ਖਰਾਬ ਹੋ ਜਾਊਗਾ। ਬਿਲਕੁਲ ਇੰਸ਼ੋਰੈਂਸ ਨਾ ਹੀ ਸਾਡੀ ਉਹ ਕ੍ਰੈਡਿਟ ਬਿਊਰੋ ਚੈੱਕ ਕਰਦੇ ਨੇ, ਨਾ ਹੀ ਸਾਡਾ ਕ੍ਰੈਡਿਟ, ਜੇ ਕਿਸ਼ਤ ਮਿਸ ਵੀ ਹੋ ਜਾਵੇ ਸਾਡਾ ਕ੍ਰੈਡਿਟ ਖਰਾਬ ਨਹੀਂ ਹੁੰਦਾ ਜੀ। ਬਿਲਕੁਲ ਅਸੀਂ ਨਾ ਕਿ ਉਹਨਾਂ ਤੋਂ ਲੋਨ ਲਿਆ ਹੋਇਆ ਪਰ ਉਹ ਸਾਡਾ ਕ੍ਰੈਡਿਟ 'ਤੇ ਨਹੀਂ ਹੈਗਾ, ਉਹਨਾਂ ਨੂੰ ਪਤਾ ਵੀ ਜੇ ਕਵਰੇਜ ਚਾਹੀਦੀ ਹੈ ਤਾਂ ਉਹਨਾਂ ਨੇ ਇੰਸ਼ੋਰੈਂਸ ਰੱਖਣੀ ਹੈ, ਜੇ ਨਹੀਂ ਕਵਰੇਜ ਹੋਊਗੀ ਉਹਨਾਂ ਨੂੰ ਪਤਾ ਸੀ ਕਲੇਮ ਨਹੀਂ ਦੇਣਾ, ਜੇ ਕਿਸ਼ਤ ਨਹੀਂ ਜਾਂਦੀ। ਇਸ ਕਰਕੇ ਵੀ ਇਹ ਵੀ ਉਹ ਵੀ ਸੇਫ ਨੇ, ਹਾਂ ਉਹਨਾਂ ਨੂੰ ਬਾਹਲੀ ਚਿੰਤਾ ਨੇ, ਕਿਹਾ ਵੀ ਜੇ ਕੱਲ੍ਹ ਨੂੰ ਕਲੇਮ ਆ ਗਿਆ ਤਾਂ ਅਸੀਂ ਕਹਿਣਾ ਤੁਸੀਂ ਤਾਂ ਪਾਲਿਸੀ ਦੇ ਪੈਸੇ ਨਹੀਂ ਦਿੱਤੇ, ਤੁਹਾਡੀ ਕਵਰੇਜ ਜਾਂਦੀ ਲੱਗੀ। ਜੇ ਅਸੀਂ ਕਿਸ਼ਤ ਦਿੰਦੇ ਹਾਂ ਤਾਂ ਸਾਡੀ ਪਾਲਿਸੀ ਵੈਲਿਡ ਹੈ, ਹਾਂ ਨਾ ਹੀ ਤੁਹਾਡਾ ਕ੍ਰੈਡਿਟ ਸਕੋਰ ਹਿੱਟ ਕਰਦੀ ਹੈ, ਤੁਹਾਨੂੰ ਚਿੰਤਾ ਦੀ ਲੋੜ ਨਹੀਂ। ਇੱਕ ਆਖਰੀ ਸਵਾਲ, ਜਿਹੜੇ ਸੁਪਰ ਵੀਜ਼ੇ ਦੇ ਉੱਤੇ ਮਾਪੇ ਆਉਂਦੇ ਆ, ਚਾਹੇ ਉਹ ਸਟੂਡੈਂਟਸ ਦੇ ਆ ਜਾਂ ਕਿਸੇ ਹੋਰ ਦੇ ਆ, ਦੂਜੇ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਆ, ਇਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕੀ ਫ਼ਰਕ ਹੁੰਦਾ, ਅਤੇ ਜਿਹੜੀ ਉਹਨਾਂ ਨੂੰ ਸਿਹਤ ਸਹੂਲਤ ਇੱਥੇ ਕੈਨੇਡਾ ਆ ਕੇ ਮਿਲਣੀ ਆ ਉਹਦੇ 'ਚ ਕੀ ਫ਼ਰਕ ਹੁੰਦਾ? ਹਾਂਜੀ ਜਿਹੜਾ ਵਿਜ਼ਟਰ ਇੰਸ਼ੋਰੈਂਸ ਆ ਉਹ ਵੀ ਇੱਕ ਸੁਪਰ ਵੀਜ਼ਾ ਸਾਲ ਵਾਸਤੇ ਹੈ ਜੀ, ਸਾਲ ਦੀ ਇੰਸ਼ੋਰੈਂਸ ਕਰਾਉਣੀ ਪੈਣੀ ਹੈ, ਕੈਨੇਡੀਅਨ ਕੰਪਨੀ ਤੋਂ ਹੀ ਕਰਾਉਣੀ ਪੈਣੀ ਹੈ, ਪਰ ਇਹ ਵੀ ਮਿਨੀਮਮ ਸਾਲ ਦੀ ਕਵਰੇਜ ਅਤੇ $1,00,000 ਦੀ ਕਵਰੇਜ ਹੋਵੇ ਸੁਪਰ ਵੀਜ਼ਾ 'ਤੇ ਬੁਲਾਉਣਾ ਤਾਂ ਜੀ। ਉਹਨਾਂ ਦੀ ਸਿਹਤ ਦੱਸ ਕੇ ਕਿਸ਼ਤਾਂ 'ਚ ਵੀ ਕਰਾ ਸਕਦੇ ਹੋ, ਡਿਡਕਟੇਬਲ ਵੀ ਰੱਖ ਸਕਦੇ ਹੋ, ਡਿਸਕਾਊਂਟ ਵੀ ਮਿਲ ਸਕਦਾ। ਦੂਜੇ ਪਾਸੇ ਜਿਹੜੀ ਆਪਾਂ ਵਿਜ਼ਟਰ ਇੰਸ਼ੋਰੈਂਸ ਕਹਿੰਦੇ ਹਾਂ, ਟਰੈਵਲ ਇੰਸ਼ੋਰੈਂਸ ਕਹਿ ਸਕਦੇ ਹਾਂ, ਉਹ ਭਾਵੇਂ ਇੰਡੀਆ ਤੋਂ ਕਰਾ ਕੇ ਵੀ ਆ ਸਕਦੇ ਨੇ, ਭਾਵੇਂ ਮਹੀਨੇ ਵਾਸਤੇ ਆਉਣਾ ਮਹੀਨੇ ਵਾਸਤੇ ਇੱਥੇ ਵੀ ਕਰਾ ਸਕਦੇ, 2 ਮਹੀਨਿਆਂ ਵਾਸਤੇ $1,00,000 ਦੀ ਕਰਾਉਣ, 25,000 ਦੀ ਕਰਾਉਣ, 50,000 ਦੀ ਕਰਾਉਣ, 10,000 ਦੀ ਕਰਾਉਣ, ਸਾਡੇ ਕੋਲ ਆਪਸ਼ਨਸ ਨੇ। ਸੁਪਰ ਵੀਜ਼ਾ ਦੇ $1,00,000 ਦੀ ਕਰਾਉਣੀ ਪੈਣੀ ਹੈ। ਦੂਜੇ ਲੋਟ ਹੈ ਵੀ ਸਾਨੂੰ ਆਪਦੀ ਮਰਜ਼ੀ ਹੈ ਵੀ ਕਿਸੇ ਨੇ 2 ਵੀਕਾਂ ਰਹਿਣਾ, 3 ਵੀਕਾਂ ਰਹਿਣਾ, 3 ਵੀਕ ਦੇ ਹਿਸਾਬ ਨਾਲ ਆਪਦੀ ਕਵਰੇਜ ਕਰਾਉਣਾ। ਆਹੀ ਫ਼ਰਕ ਹੈ। ਸੁਪਰ ਵੀਜ਼ਾ ਵੀ ਟਰੈਵਲ ਇੰਸ਼ੋਰੈਂਸ ਆ, ਉਹ ਸਾਲ ਦੀ ਨਾਂ ਰੱਖਤਾ ਸੁਪਰ ਵੀਜ਼ਾ ਸਿਰਫ ਕਿਉਂਕਿ ਉਹ ਸਾਲ ਦੀ ਇਕੱਠੀ ਕਰਾਉਣੀ ਪੈਣੀ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਵਾਸਤੇ। ਵਿਜ਼ਟਰ ਇੰਸ਼ੋਰੈਂਸ ਆ ਉਹ ਵੀ ਸੇਮ ਹੀ ਆ, ਉਹ ਜੇ ਸਾਲ ਦੀ ਕਰਾਵਾਂਗੇ ਉਹਨੂੰ ਭਾਵੇਂ ਸੁਪਰ ਵੀਜ਼ਾ ਨਹੀਂ, ਸਾਲ ਦੀ ਵੀ ਲੋਕ ਕਰਾਉਂਦੇ, ਕਈ ਆਉਂਦੇ ਪਤਾ ਵੀ ਪੇਰੈਂਟਸ ਨੇ ਜਾਂ ਗ੍ਰੈਂਡ ਪੇਰੈਂਟਸ ਨੇ ਜਾਂ ਕਿਸੇ ਨੇ ਰਹਿਣਾ, ਉੱਦਾਂ ਹੀ ਦੁਬਾਰਾ ਫਿਰ ਆਏ ਨੇ। ਮਰਜ਼ੀ ਇੱਕ ਵਾਰੀ ਸੁਪਰ ਵੀਜ਼ਾ ਲੱਗਿਆ ਹੈ, ਉਦੋਂ ਬਾਅਦ ਸਾਡੀ ਮਰਜ਼ੀ ਹੈ ਵੀ ਸਾਲ ਦੀ ਕਰਾਈਏ ਜਾਂ 6 ਮਹੀਨਿਆਂ ਦੀ ਕਰਾਈਏ। ਜ਼ਰੂਰੀ ਨਹੀਂ ਵੀ ਸੁਪਰ ਵੀਜ਼ਾ ਇੱਕ ਵਾਰੀ ਲੱਗਿਆ ਅਤੇ ਦੁਬਾਰਾ ਫਿਰ ਆਏ ਸਾਲ ਦੀ ਕਰਾਉਣੀ ਹੈ, ਅਸੀਂ ਘੱਟ ਟਾਈਮ ਵਾਸਤੇ ਵੀ ਕਰਾ ਸਕਦੇ ਹਾਂ। ਅਤੇ ਜੇ ਵਿਚਕਾਰੋਂ ਕੋਈ ਮੁੜ ਜਾਵੇ ਸਾਲ ਦੀ ਇੰਸ਼ੋਰੈਂਸ, ਚਾਹੇ ਵਿਜ਼ਟਰ ਨੇ ਲੈ ਲਈ ਚਾਹੇ ਸੁਪਰ ਵੀਜ਼ਾ ਵਾਲੇ ਨੇ ਲੈ ਲਈ, ਅਤੇ ਉਹਦਾ ਇਰਾਦਾ ਬਣ ਗਿਆ ਵੀ 3 ਮਹੀਨਿਆਂ ਬਾਅਦ ਮੈਨੂੰ ਤਾਂ ਪਿੱਛੇ ਮੁੜਨਾ ਪਏਗਾ, ਬਾਕੀ ਉਹਦਾ ਮਨੀ ਦਾ ਕੀ ਹੋਊ ਜੀ? ਇਹ ਵੀ ਐਜ਼ ਲੌਂਗ ਐਜ਼ ਜਦੋਂ ਪਾਲਿਸੀ 'ਤੇ ਕੋਈ ਕਲੇਮ ਨਹੀਂ ਹੈਗਾ ਤੁਹਾਡੀ ਸਾਰੀ ਮਨੀ ਰੀਫੰਡ ਹੋ ਜਾਂਦੀ ਹੈ। ਫਿਰ ਡਿਪੈਂਡ ਕਰਦਾ ਵੀ ਕਈ ਕੰਪਨੀਆਂ ਜਿਹੜੀਆਂ ਉਹ ਕੈਂਸਲੇਸ਼ਨ ਫੀ ਲਾਉਂਦੀਆਂ ਨੇ, ਜੇ ਕਈ ਵਾਰੀ ਆ ਕੇ ਪਹਿਲਾਂ ਉੱਠ ਜਾਂਦੇ ਨੇ ਉਹ ਕੈਂਸਲੇਸ਼ਨ ਫੀ ਚਾਰਜਿਸ ਕਰਦੇ ਨੇ। ਕਈ ਕੰਪਨੀਆਂ ਬਿਲਕੁਲ ਕੋਈ $1 ਨਹੀਂ ਚਾਰਜ ਕਰਦੀਆਂ। ਹੁਣ ਇਹ ਵੀ ਜੇ ਕਈ ਵਾਰੀ ਆ ਕੇ ਵੀ ਜੇ ਪਾਲਿਸੀ ਨਹੀਂ ਰੱਖਣੀ, ਕਈ ਕੰਪਨੀਆਂ ਅਲਾਓ ਕਰਦੀਆਂ ਤੁਸੀਂ ਬਿਲਕੁਲ ਆਪਦੀ ਪਾਲਿਸੀ ਕੈਂਸਲ ਕਰ ਸਕਦੇ ਹੋ ਕੈਂਸਲੇਸ਼ਨ ਫੀ ਦੇ ਕੇ। ਜੇ ਕਿਸੇ ਨੇ ਕਈ ਜਿਹੜੀਆਂ ਹੁਣ ਇਹ ਵੀ ਹੈਗਾ ਜੋ ਇੱਥੇ ਆਏ ਨੇ ਉਦੋਂ ਬਾਅਦ ਜੇ ਕਿਤੇ ਹੁਣ US ਜਾਂ ਕਿਤੇ ਹੋਰ ਜਾਣਾ, ਉਹ ਟਰੈਵਲ ਇੰਸ਼ੋਰੈਂਸ ਉਹੀ ਪਾਲਿਸੀ ਜਿਹੜੀ ਹੈ ਉਹ ਕੰਮ ਕਰਦੀ ਹੈ ਐਜ਼ ਲੌਂਗ ਹੈ ਤੁਸੀਂ ਸਾਈਡ ਟ੍ਰਿਪ 'ਤੇ ਵੀ ਜਾਂਦੇ ਹੋ ਕਿਤੇ ਜਾਂ US ਅਮਰੀਕਾ, ਜੇ ਪਰਿਵਾਰਾਂ ਨੇ ਘੁੰਮਣ ਜਾਣਾ ਉੱਥੇ ਵੀ ਕਵਰੇਜ ਹੋਊਗੀ ਜੀ। ਤਿੰਨ ਸਾਹਿਬ ਕਾਂਟੈਕਟ ਨੰਬਰ ਆਖਰ ਦੇ ਵਿੱਚ ਆਪਣਾ ਜੀ? ਹਾਂਜੀ ਆਖਰ ਸੌਖਾ ਜੀ ਸਾਡਾ ਨੰਬਰ ਜੀ 8 ਤੋਂ 8 ਕੰਮ ਹੈ ਜੀ ਸਾਡਾ 8 to 8 ਅਤੇ 7 ਦਿਨ ਸਾਡੀਆਂ BC 2 ਲੋਕੇਸ਼ਨਾਂ ਜੀ, ਅਤੇ ਪਿੱਛੇ ਬਾਬੇ ਦਾ 13 ਜੀ। 8 ਤੋਂ 8 7213 ਸਾਡਾ ਨੰਬਰ ਹੈ ਜੀ, ਅਤੇ BC ਅਲਬਰਟਾ ਅਤੇ ਅੰਟਾਰੀਓ ਕਿਤੇ ਵੀ ਸਾਡੀਆਂ ਸਰਵਿਸਿਜ਼ ਨੇ ਹਮੇਸ਼ਾ ਅਵੇਲੇਬਲ। ਤੁਸੀਂ ਕਿਤੇ ਵੀ ਬੈਠੇ ਹੋ ਘਰੇ ਬੈਠੇ ਸਾਡੀ ਸਰਵਿਸ ਇੰਜੋਏ ਕਰ ਸਕਦੇ ਹੋ। ਬਾਕੀ ਥੈਂਕ ਯੂ ਸਾਰੀ ਟੀਮ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ, ਅਤੇ ਐਨੀ ਕੋਈ ਕੁਐਸਚਨ ਹਮੇਸ਼ਾ ਹਾਜ਼ਰ ਹਾਂ ਜੀ। ਥੈਂਕ ਯੂ।
ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਦੋਸਤੋ ਤੁਸੀਂ ਕਦੇ ਵੀ ਪਰਮਿੰਦਰ ਸਿੰਘ ਹੋਣਾ ਨੂੰ ਕਾਲ ਕਰ ਸਕਦੇ ਹੋ WhatsApp ਦੇ ਉੱਤੇ, ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਜਾਂ ਇੱਥੇ ਸਟੂਡੈਂਟ ਆਏ ਆ। ਪਤਾ ਜ਼ਰੂਰ ਕਰੋ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੀ ਕਵਰ ਆ, ਤੁਸੀਂ ਪੇ ਕਰ ਰਹੇ ਹੋ, ਮਿਹਨਤ ਨਾਲ ਕਮਾਇਆ ਪੈਸਾ ਦੇ ਰਹੇ ਹੋ ਕੰਪਨੀ ਨੂੰ, ਤਾਂ ਉਹਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉਹਨੂੰ ਵੀ ਅਵੇਲ ਕਰੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਪੰਜਾਬ ਭਵਨ ਸਰੀ ਸਾਹਿਤਕ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਆ। ਇੱਥੇ ਅਕਸਰ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿੰਦੇ ਆ ਅਤੇ ਹੁਣ ਕੋਵਿਡ ਤੋਂ ਬਾਅਦ ਇਹ ਸਮਾਗਮ ਦੁਬਾਰਾ ਸ਼ੁਰੂ ਹੋ ਚੁੱਕੇ ਨੇ। ਇੱਕ ਸਮਾਗਮ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੋ ਰਿਹਾ ਜੋਗਿੰਦਰ ਸ਼ਮਸ਼ੇਰ ਹੋਣਾ ਦੀ ਇੱਕ ਪੁਸਤਕ ਦੇ ਉੱਤੇ। ਜੋਗਿੰਦਰ ਸ਼ਮਸ਼ੇਰ ਕੌਣ ਸੀ, ਉਹਨਾਂ ਦੀ ਇਹ ਪੁਸਤਕ ਕਿਹੜੀ ਆ, ਕੀ ਉਸ ਦਿਨ ਇਹ ਸਮਾਗਮ ਵਿੱਚ ਹੋ ਰਿਹਾ ਅਤੇ ਕਦੋਂ ਇਹ ਸਮਾਗਮ ਹੋ ਰਿਹਾ, ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਤਵੰਤ ਦੀਪਕ ਜੀ ਅਤੇ ਜਰਨੈਲ ਸਿੰਘ ਸ਼ੇਖਾ ਹੋਣਾ ਦੇ ਨਾਲ। ਸਾਨੂੰ ਦਿਓ ਜੀ ਜਾਣਕਾਰੀ ਥੋੜ੍ਹੀ ਜਿਹੀ ਵੀ ਜੋਗਿੰਦਰ ਸ਼ਮਸ਼ੇਰ ਹੋਰਾਂ ਬਾਰੇ, ਸਾਡੇ ਦਰਸ਼ਕਾਂ ਨੂੰ ਦੱਸੋ ਕੌਣ ਸਨ ਅਤੇ ਇਹ ਸਮਾਗਮ ਕੀ ਹੈ ਜੀ। ਮਿਹਰਬਾਨੀ। ਜੋਗਿੰਦਰ ਸ਼ਮਸ਼ੇਰ ਇੱਕ ਵਿਲੱਖਣ ਸ਼ਖਸੀਅਤ ਸਨ। ਉਹ ਉੱਚ ਕੋਟੀ ਦੇ ਸਾਹਿਤਕਾਰ, ਹਿਸਟੋਰੀਅਨ, ਤਾਂ ਬਹੁਤ ਵਧੀਆ ਨਿੱਘੇ ਇਨਸਾਨ ਸਨ। ਉਹਨਾਂ ਨੇ ਤਕਰੀਬਨ 1.5 ਦਰਜਨ ਤੋਂ ਵੱਧ ਜਿਹੜੀਆਂ ਕਿਤਾਬਾਂ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ, ਤਾਂ ਜਿਨ੍ਹਾਂ ਦੇ ਵਿੱਚੋਂ ਆਖਰੀ ਬੁੱਕ ਉਹਨਾਂ ਦੀ ਇਹ ਜੋ ਬੀਤੇ ਦਾ ਸਫ਼ਰ ਮੈਂ ਤੁਹਾਡੇ ਸਾਹਮਣੇ ਕਰ ਰਿਹਾ, ਅਤੇ ਇਸ ਦਾ ਜਿਹੜਾ ਜੋ ਆਪਣਾ ਲੋਕ ਅਰਪਣ ਹੈਗਾ ਉਹ 10 ਤਰੀਕ ਨੂੰ ਕਰਾਉਣ ਜਾ ਰਹੇ ਅਸੀਂ। ਸ਼ਮਸ਼ੇਰ ਜੀ ਬਾਰੇ ਤਾਂ ਮੇਰੇ ਖਿਆਲ ਦੇ ਵਿੱਚ ਵੀ ਇੰਨਾ ਕੁਛ ਕਿਹਾ ਜਾ ਸਕਦਾ ਕਿ ਇਹਦੇ ਬਾਰੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਉਹਨਾਂ ਨੇ ਆਪਣੀ ਜਿਹੜੀ ਜੋ ਜ਼ਿੰਦਗੀ ਦੀ ਸ਼ੁਰੂਆਤ ਹੈਗੀ ਉਹ ਇਹ ਕਹਿ ਲਓ ਕਿ 10-11 ਸਾਲ ਦੀ ਉਮਰ ਦੇ ਵਿੱਚ ਹੀ ਇੱਕ ਤਰੀਕੇ ਨਾਲ ਉਹ ਰਾਜਨੀਤੀ ਦੇ ਵਿੱਚ ਜੂਝ ਪਏ ਸਨ। ਉਨੀ ਦਿਨੀ ਉਸ ਇੰਡੀਆ ਦੇ ਵਿੱਚ ਉਸ ਵਕਤ ਆਪਣੀ ਜੋ ਬ੍ਰਿਟਿਸ਼ ਹਕੂਮਤ ਸੀਗੀ, ਤਾਂ ਉਹਨਾਂ ਨੇ ਮਤਲਬ ਉਹਦੇ ਖਿਲਾਫ ਜਿਹੜੀ ਸੀਗੀ ਉੱਥੇ ਜਦੋਜਹਿਦ ਜਿਹੜੀ ਸੀਗੀ ਉਹ ਸ਼ੁਰੂ ਕੀਤੀ। ਫਿਰ ਉਹਨਾਂ ਨੇ ਜੋ ਉੱਥੇ ਕਾਂਗਰਸ ਪਾਰਟੀ ਸੀ, ਉੱਥੇ ਕਮਿਊਨਿਸਟ ਪਾਰਟੀ ਸੀ, ਉੱਥੇ ਮੁਸਲਿਮ ਲੀਗ ਸੀਗੀ, ਉਹ ਸਾਰਿਆਂ ਨੂੰ ਉਹਨਾਂ ਨੇ ਬੜਾ ਆਪਦੇ ਨੇੜਿਓਂ ਹੋ ਕੇ ਦੇਖਿਆ ਔਰ ਉਹਨਾਂ ਦਾ ਬਿਲਕੁਲ ਇਹਦੇ ਵਿੱਚ ਭਰਪੂਰ ਜ਼ਿਕਰ ਕੀਤਾ ਹੈਗਾ। ਅਤੇ ਬਾਕੀ ਉਹਨਾਂ ਨੇ ਆਪਣੇ ਜਦੋਂ ਇੰਗਲੈਂਡ ਦੇ ਵਿੱਚੋਂ ਆ ਗਏ, ਉਹ ਤਕਰੀਬਨ ਉਹਨਾਂ ਨੇ ਆਪਣਾ 92 ਸਾਲ ਦੀ ਉਮਰ ਦੇ ਵਿੱਚੋਂ ਇੱਕ ਤੀਜਾ ਹਿੱਸਾ ਜਿਹੜਾ ਸੀ ਇੰਡੀਆ ਦੇ ਵਿੱਚ, ਇੱਕ ਤੀਸਰਾ ਹਿੱਸਾ ਜਿਹੜਾ ਸੀ ਮਿਡਲ ਵਾਲਾ ਜਿਹੜਾ ਸੀ ਉਹ ਆਪਣੇ ਇੰਗਲੈਂਡ ਦੇ ਵਿੱਚ, ਅਤੇ ਬਾਅਦ ਦੇ ਵਿੱਚ ਫਿਰ ਉਹ ਇੱਥੇ ਆਪਣੇ ਵਿਨੀਪੈਗ ਅਤੇ ਫਿਰ ਇੱਥੇ ਆਪਣੇ ਕੈਨੇਡਾ ਵਿੱਚ ਵੈਨਕੂਵਰ ਵਿੱਚ ਆ ਗਏ ਸਨ ਉਹ। ਅਤੇ 92 ਸਾਲ ਉਮਰ ਦੇ ਤੱਕ ਉਹ ਬਿਲਕੁਲ ਇਸ ਸਾਹਿਤਕ ਆਪਣੀ ਜਿਹੜੀ ਕਲਮ ਉਹਨਾਂ ਦੀ ਚੱਲਦੀ ਰਹੀ ਹੈਗੀ ਆ। ਤਾਂ ਇਸੇ ਦੌਰਾਨ ਉਹਨਾਂ ਨੇ, ਜਿੱਦਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਉਹਨਾਂ ਨੇ ਇਹ ਕਈ ਇਤਿਹਾਸਕ ਜਿਹੜੀਆਂ ਦਸਤਾਵੇਜ਼ਾਂ, ਜਿਨ੍ਹਾਂ 'ਚੋਂ ਮੈਂ ਇੱਕ ਤੁਹਾਡੀ ਇੱਕ ਲੈ ਕੇ ਆਉਂਦਾ ਹੈਗੀ ਹੈ ਕਿ ਲੰਡਨ ਦੇ ਸ਼ਹੀਦ ਜਿਹੜੀ ਬੁੱਕ ਹੈਗੀ ਹੈ, ਇਹ ਉਹਨਾਂ ਨੇ ਇੰਗਲੈਂਡ ਦੇ ਵਿੱਚ ਰਹਿੰਦਿਆਂ ਹੋਇਆਂ ਤਿਆਰ ਕੀਤੀ ਸੀ, ਜਿਹਦੇ ਵਿੱਚ ਸਾਡੇ 2 ਮਹਾਨ ਸ਼ਹੀਦ ਜਿਹੜੇ ਹੈਗੇ ਆ, ਮਦਨ ਲਾਲ ਢੀਂਗਰਾ ਅਤੇ ਸਰਦਾਰ ਊਧਮ ਸਿੰਘ, ਉਹਨਾਂ ਬਾਰੇ, ਉਹਨਾਂ ਦੀ ਸ਼ਹੀਦੀ ਬਾਰੇ ਹੈਗੀ ਆ। ਔਰ ਇਹ ਕਿਤਾਬ ਮੈਂ ਇਸ ਕਰਕੇ ਦੱਸਣੀ ਚਾਹੁੰਦਾ ਹੈਗਾ ਕਿ ਇਹ ਇੱਕ ਸਾਂਭਣਯੋਗ ਦਸਤਾਵੇਜ਼ ਹੈ। ਇਹਦੇ ਵਿੱਚ ਅੱਜ ਕੱਲ੍ਹ ਤਾਂ ਹੁਣ ਮੀਡੀਆ ਦੇ ਜ਼ਮਾਨੇ ਵਿੱਚ ਤਾਂ ਤੁਸੀਂ ਗੂਗਲ 'ਤੇ ਸਾਰੀ ਇਨਫੋਰਮੇਸ਼ਨ ਸਰਚ ਕਰ ਸਕਦੇ ਹਨ, ਲੇਕਿਨ ਜਦੋਂ ਇਹ ਕਿਤਾਬ ਲਿਖੀ ਗਈ ਸੀਗੀ ਉਦੋਂ ਉਹਨਾਂ ਨੇ ਗਲੀ ਆਫਿਸ ਜਾ ਕੇ ਉਹ ਜਿਵੇਂ ਕਹਿੰਦੇ ਇੱਕ ਲਾਈਨ ਕਿਤੋਂ ਇਕੱਠੀ ਕਰਕੇ ਇੱਕ ਕਿਤਾਬ ਜਿਹੜੀ ਤਿਆਰ ਕੀਤੀ। ਮੇਰੇ ਖਿਆਲ ਦੇ ਵਿੱਚ ਸਭ ਤੋਂ ਮੈਂ ਵੱਧ ਕਹਿ ਸਕਦਾ ਕਿ ਐਡੀ ਵੱਡੀ ਮਤਲਬ ਜਿਹੜੀ ਉਹ ਉਹਨਾਂ ਦੀ ਕੰਟਰੀਬਿਊਸ਼ਨ ਇਸ ਕਿਤਾਬ ਨੂੰ ਤਿਆਰ ਕਰਨ ਦੀ, ਮੇਰੇ ਖਿਆਲ ਇਹ ਲਾਮਿਸਾਲ ਹੈ ਜੀ। ਸ਼ੇਖਰ ਸਾਹਿਬ, ਥੋੜ੍ਹਾ ਜਿਹਾ ਉਹਨਾਂ ਦੀ ਸ਼ਖਸੀਅਤ ਅਤੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿਓ ਜੀ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਪੰਜਾਬੀ ਚੈਨਲ ਪੰਜਾਬੀ ਦਾ ਕਿ ਉਹ ਇਹ ਸਮਾਗਮ ਨੂੰ ਕਵਰ ਕਰ ਰਹੇ ਨੇ। ਜਿਹੜੇ ਜੋਗਿੰਦਰ ਸਿੰਘ ਸ਼ਮਸ਼ੇਰ ਸੀ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸੀ। ਜਿਵੇਂ ਦੀਪਕ ਜੀ ਨੇ ਦੱਸਿਆ ਕਿ ਉਹ ਛੋਟੇ ਹੁੰਦੇ ਹੀ ਇੱਧਰ ਲੱਗ ਗਏ ਸੀਗੇ ਸਿਆਸੀ ਪੱਖ, ਅਤੇ ਉਸ ਵੇਲੇ ਉਹ ਛੋਟੀ ਉਮਰ ਦੇ ਵਿੱਚ ਹੀ ਆਪਣੀਆਂ ਕਵਿਤਾਵਾਂ ਜੋੜ ਕੇ ਸਟੇਜਾਂ 'ਤੇ ਗਾਇਆ ਕਰਦੇ ਸੀ। ਔਰ ਜਿਹੜੀ ਸੀਗੀ ਉੱਥੇ ਉਹਨੇ ਸੀਗੀ ਆਪਣੀ ਹਾਜ਼ਰੀ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਸੀ, ਟਾਟੀ ਜਿਹੀ ਆਵਾਜ਼ ਦੇ ਵਿੱਚ ਜਿੱਦਾਂ ਬੋਲਦੇ ਸੀ। ਔਰ ਪਹਿਲਾਂ ਉਹਨਾਂ ਨੇ ਸਿਆਸੀ ਪੱਖ ਤੋਂ ਲਿਖਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਫਿਰ ਉਹ ਸਫ਼ਰਨਾਮੇ ਵੀ ਉਹਨਾਂ ਨੇ ਲਿਖੇ, ਕਿਉਂਕਿ ਉਹਨਾਂ ਨੇ ਲੰਡਨ ਤੋਂ ਦਿੱਲੀ ਤੱਕ ਕਾਰ ਦੇ ਉੱਤੇ ਸਫ਼ਰ ਕੀਤਾ ਸੀ। ਉਹ ਵੀ ਕਿਤਾਬ ਲਿਖੀ, ਬਹੁਤ ਸਾਰੀਆਂ ਜੀਵਨੀਆਂ ਲਿਖੀਆਂ, ਬਹੁਤ ਸਾਰਾ ਉਹਨਾਂ ਨੇ ਅਨੁਵਾਦ ਕੀਤਾ। ਅਤੇ ਦੂਜੀ ਚੀਜ਼ ਜਿਹੜੀ ਸੀਗੀ ਉਹ
ਲੋਕਾਂ ਦੇ ਵਿੱਚ ਵਿਚਰਦੇ ਬਹੁਤ ਐਸਾ ਸੀਗਾ ਕਿ ਜਿਹਨੂੰ ਵੀ ਮਿਲਦੇ ਸੀ ਉਸ ਨੂੰ ਆਪਣਾ ਬਣਾ ਲੈਂਦੇ ਸੀ। ਔਰ ਉਸ ਦੇ ਵਿੱਚ ਇਹਨਾਂ ਨੇ ਤਕਰੀਬਨ 1000 ਤੋਂ ਉੱਪਰ ਇਸ ਜੀਵਨੀ ਦੇ ਵਿੱਚ ਨਾਮ ਨੇ। ਔਰ ਅਖੀਰ ਤੇ ਉਹ ਚਾਹੁੰਦੇ ਸੀਗੇ ਵੀ ਮੈਂ ਇਸ ਨੂੰ ਆਪਣੇ ਜਿਉਂਦੇ ਜੀ ਵੀ ਮੈਂ ਇਸ ਨੂੰ ਦੇਖਾਂ, ਪਰ ਕੁਦਰਤ ਹੈ ਕਿ ਉਹ ਇਸ ਨੂੰ ਛਪੀ ਹੋਈ ਨੂੰ ਦੇਖ ਨਾ ਸਕੇ। ਉਹਨਾਂ ਦੇ 24 ਅਗਸਤ ਨੂੰ 21 ਨੂੰ ਇਸ ਸੰਸਾਰ ਨੂੰ ਤਿਆਗ ਗਏ ਸੀ ਔਰ ਇਹ ਉਸ ਤੋਂ ਬਾਅਦ ਛਪਦੀ ਹੈ ਅਤੇ ਇਸ ਕਰਕੇ ਉਹ ਦੇਖ ਨਹੀਂ ਸਕੇ। ਪਰ ਉਹਨਾਂ ਦਾ ਜਿਹੜਾ ਸੀਗਾ ਇਸ ਦੇ ਵਿੱਚ ਸਾਰੀ ਜ਼ਿੰਦਗੀ ਜਿਹੜੀ ਹੈ ਵੀ ਉਹਨਾਂ ਨੇ ਪਹਿਲਾਂ ਇੰਡੀਆ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਸੀਗਾ ਆਪਣਾ ਸਿਆਸੀ ਪੱਖ ਤੋਂ ਵੀ, ਸਮਾਜਿਕ ਪੱਖ ਤੋਂ ਵੀ ਅਤੇ ਸਾਹਿਤਕ ਪੱਖ ਤੋਂ ਵੀ ਮੀਸ਼ਾ, ਬਲਵੰਤ ਗਾਰਗੀ, ਹਾਂਸ ਸਾਰਿਆਂ ਨਾਲ ਮਿਲ ਕੇ ਉਹ ਪ੍ਰੋਗਰਾਮ ਰਚਾਉਂਦੇ ਰਹੇ। ਸੋ ਉਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਸੀਗਾ ਇੰਗਲੈਂਡ ਆ ਕੇ ਵੀ ਜਿਹੜੀ ਅੱਜ ਵੀ 1980 ਵਾਲੀ ਉੱਥੇ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਰਵਾਈ ਗਈ ਹੈ ਉਸ ਦਾ ਨਾਂ ਲਿਆ ਜਾਂਦਾ ਹੈ। ਉਹਦਾ ਕਾਰਨ ਕੀ ਸੀ? ਇਹ ਉਸ ਵੇਲੇ ਉਸ ਦੇ ਮੋਢੀ ਕਰਤਾ ਧਰਤਾ ਸੀ ਔਰ 1 ਮਹੀਨਾ ਲਗਾਤਾਰ ਉਹ ਚੱਲਦੇ ਰਹੇ, ਜਿਹੜੇ ਇੰਡੀਆ ਤੋਂ ਹੋਰ ਥਾਵਾਂ ਤੋਂ ਗਏ ਅਤੇ ਹੁਣ ਤੱਕ ਉਸ ਦਾ ਜ਼ਿਕਰ ਕੀਤਾ ਜਾਂਦਾ ਕਿ ਉਹ ਕਾਨਫਰੰਸ ਵਰਗੀ ਅੱਜ ਤੱਕ ਹੋਰ ਕਾਨਫਰੰਸ ਵਿਸ਼ਵ ਪੰਜਾਬੀ ਕਾਨਫਰੰਸ ਨਹੀਂ ਸੀ। ਫਿਰ ਉਹਨਾਂ ਨੇ ਇੱਥੇ ਆ ਕੇ ਜਦੋਂ ਵਿਨੀਪੈਗ ਆ ਗਏ, ਕੁਦਰਤੀ ਐਸਾ ਸੀ ਕਿ ਉਹਨਾਂ ਨੇ ਜਦੋਂ ਤਾਂ ਪੜ੍ਹਨ ਦਾ ਮੌਕਾ ਸੀ ਉਸ ਸਮੇਂ ਉਹ ਸਿਆਸਤ ਦੇ ਵਿੱਚ ਸੀ। ਫਿਰ ਜਦੋਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਕਾਰਵਾਈ ਕਰਨ ਦਾ ਮੌਕਾ ਸੀ, ਵਿਆਹ ਸ਼ਾਦੀ ਦੇ ਵਿੱਚ ਵਿਆਹ ਕਰਕੇ ਆਪਦੇ ਗ੍ਰਸਤੀ ਜੀਵਨ ਦਾ ਸੀ, ਉਸ ਵੇਲੇ ਉਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ ਅਤੇ ਜਦੋਂ ਵਿਆਹੇ, ਜਦੋਂ ਉਸ ਵੇਲੇ ਉਹ ਤਕਰੀਬਨ 48 ਸਾਲ ਦੇ ਸੀ ਜਦੋਂ ਉਹਨਾਂ ਨੇ ਵਿਆਹ ਕਰਾਇਆ। ਔਰ ਜਦੋਂ ਉਹਨਾਂ ਦੇ ਸਾਥੀ ਦੀ ਬਹੁਤ ਲੋੜ ਸੀ ਉਸ ਵੇਲੇ ਉਹਨਾਂ ਦੇ ਸਾਥੀ ਵਿਛੜ ਗਏ ਅਤੇ 12 ਸਾਲ ਦੀ ਲੜਕੀ ਇੱਕੋ ਇੱਕ ਜਿਹੜੀ ਸੀ ਉਹਨਾਂ ਦੀ ਊਸ਼ਮਾ, ਉਸ ਨੂੰ ਲੈ ਕੇ ਉਹ ਆਪਣੇ ਸਹੁਰੇ ਪਿੰਡ ਜਿਹੜੇ ਵਿਨੀਪੈਗ ਇੱਥੇ ਆ ਗਏ। ਇੱਥੇ ਆ ਕੇ ਵੀ ਉਹਨਾਂ ਨੇ ਬੜਾ ਕੁਝ ਕੀਤਾ। ਇੱਥੇ ਆ ਕੇ ਉਹਨਾਂ ਨੇ ਕਾਨਫਰੰਸ ਕਰਵਾਈਆਂ, ਇੱਥੇ ਆ ਕੇ ਸਭਾ ਬਣਾਈ, ਲਕਾਰੀ ਸਭਾ ਬਣਾਈ, ਕਨਵੈਨਸ਼ਨ ਸੈਂਟਰ ਉੱਥੇ ਬੜਾ ਬਣਾਇਆ। ਔਰ ਜਦੋਂ ਇੱਥੇ ਆ ਗਏ ਤਾਂ ਇੱਥੋਂ ਕਿਤਾਬਾਂ ਲਿਜਾ ਕੇ ਉੱਥੋਂ ਹੀ ਲਾਇਬ੍ਰੇਰੀ ਦੇ ਵਿੱਚ ਉਹ ਦਾਨ ਕਰਦੇ ਰਹੇ। ਇਸ ਤਰ੍ਹਾਂ ਦਾ ਨਾਲ ਸੀ। ਉਹ ਸੈਲਾਨੀ ਸੀ, ਹਰ ਥਾਂ 'ਤੇ ਜਾਂਦੇ ਸੀ। ਸਾਊਥ ਦੇ ਵਿੱਚ ਗਏ ਹੈਗੇ ਆ, ਇੱਧਰ ਪਹਾੜੀ ਇਲਾਕੇ ਦੇ ਵਿੱਚ ਗਏ, ਪਾਕਿਸਤਾਨ, ਲਾਹੌਰ, ਸਾਰੀ ਆਪਣੇ ਰਸ਼ੀਆ ਦੇ ਵਿੱਚ, ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਗਏ ਅਤੇ ਉਸ ਨੂੰ ਉਹਨਾਂ ਨੇ ਕਲਮਬੰਦ ਕੀਤਾ। ਉਹ ਉਹਨਾਂ ਦੀਆਂ ਕਿਤਾਬਾਂ ਵਿੱਚ ਹੈ। ਇਸ ਤਰ੍ਹਾਂ ਦਾ ਉਹਨਾਂ ਦੀ ਜਿਹੜੀ ਸੀ ਸੈਲਾਨੀ ਤਬੀਅਤ ਸੀ ਔਰ ਬੜਾ ਜੋ ਸੀ ਹਰ ਚੀਜ਼ ਨੂੰ ਨੋਟ ਕਰਦੇ ਸੀ। ਤੁਸੀਂ ਇਸ ਨੂੰ ਪੜ੍ਹ ਕੇ ਦੇਖੋ ਕਿਤਾਬ ਨੂੰ, ਇਹਦੇ ਵਿੱਚ ਬੜੀਆਂ ਚਿੱਠੀਆਂ ਹੈਗੀਆਂ, ਉਹਨਾਂ ਨੂੰ ਸੰਭਾਲਦੇ ਸੀ ਹਰ ਚੀਜ਼ ਨੂੰ, ਜਿਹੜੀ ਸੀ ਨੋਟਸ ਲਏ ਉਹ ਵੀ ਸੰਭਾਲ ਕੇ ਰੱਖਿਆ, ਕਿਸੇ ਦੀਆਂ ਚਿੱਠੀਆਂ ਆਈਆਂ ਉਹ ਵੀ ਸੰਭਾਲ ਕੇ ਰੱਖੀਆਂ ਹੋਈਆਂ। ਇਸ ਤਰ੍ਹਾਂ ਉਹ ਉਹਨਾਂ ਦਾ ਸੁਭਾਅ ਸੀ। ਦੂਜਾ ਚੀਜ਼ ਹੈ ਜਿਹੜੀ ਜਦੋਂ ਇਹ ਕਿਤਾਬ ਆ ਗਈ ਅਤੇ ਇੰਗਲੈਂਡ ਦੇ ਵਿੱਚ ਇਹ ਰਿਲੀਜ਼ ਹੋ ਚੁੱਕੀ ਹੈ ਤਾਂ ਉਹਨਾਂ ਦੀ ਲੜਕੀ ਦੀ ਇੱਛਾ ਸੀਗੀ ਵੀ ਇੱਥੇ, ਕਿਉਂਕਿ ਇੱਥੇ ਉਹ ਰਹੇ ਅਤੇ ਇੱਥੇ ਹੁਣ ਵੀ ਇਸ ਕਿਤਾਬ ਨੂੰ ਲੋਕਾਂ ਨੂੰ ਪੜ੍ਹਨ ਕੀਤਾ ਜਾਵੇ। ਉਹਨਾਂ ਨੇ 10 ਤਾਰੀਖ ਨੂੰ ਇਸ ਅਪ੍ਰੈਲ ਦੀ ਅਗਲੇ ਐਤਵਾਰ 2 ਵਜੇ ਤੋਂ 5 ਵਜੇ ਤੱਕ ਐਸੇ ਥਾਂ 'ਤੇ ਪ੍ਰੋਗਰਾਮ ਹੈ। ਪੰਜਾਬ ਭਵਨ ਜਿਹੜਾ ਹੈਗਾ ਸੁਖੀ ਬਾਟ ਮੋਟਰਸ ਭਵਨ, ਅਤੇ 1:30 ਵਜੇ ਪਰਿਵਾਰ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਹੋਏਗਾ। ਉਸ ਵੇਲੇ ਆ ਕੇ ਅਤੇ ਠੀਕ 2 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਪਹਿਲਾਂ ਉਹਨਾਂ ਦੀ ਹਾਲ ਆਫ ਫੇਮ ਦੇ ਉੱਤੇ ਫੋਟੋ ਦੀ ਸੈਰਮਨੀ ਹੋਏਗੀ, ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਸਮਾਗਮ ਦੇ ਵਿੱਚ ਦੀਪਕ ਜੀ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਕੀ ਹੋ ਰਿਹਾ ਜਾਂ ਕੌਣ ਕੌਣ ਆ ਰਹੇ ਨੇ, ਕਿਸ ਕਿਸਮ ਦੀ ਚਰਚਾ ਹੈ ਜੀ? ਹਾਂਜੀ, ਸਮਾਗਮ ਦੇ ਵਿੱਚ ਜਿਹੜੀ ਆਮ ਤੌਰ 'ਤੇ ਇਸ ਕਿਸਮ ਦੇ ਜਿਹੜੇ ਸਮਾਗਮ ਹੁੰਦੇ ਉਹਦੇ 'ਚ ਇੱਕ ਪ੍ਰਧਾਨਗੀ ਮੰਡਲ ਹੁੰਦਾ ਜੀ। ਫਿਰ ਉਹਦੇ 'ਚ ਵਿਚਾਰ ਚਰਚਾ ਹੁੰਦੀ ਹੈ, ਆਪਣੀ ਬੁੱਕ ਦਾ ਜਦੋਂ ਰਿਲੀਜ਼ ਹੁੰਦਾ ਬੁੱਕ ਬਾਰੇ ਗੱਲ ਕੀਤੀ ਜਾਂਦੀ ਹੈਗੀ ਆ। ਤਾਂ ਇਸ ਪ੍ਰਧਾਨਗੀ ਮੰਡਲ ਦੇ ਵਿੱਚ ਜਿਹੜੀ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਜਿਹੜੀ ਹੈਗੀ ਆ, ਆਪਣੇ ਸਵਾਗਤੀ ਸ਼ਬਦ ਜਿਹੜੇ ਆ ਸੁਖੀ ਬਾਟ ਜੀ ਹੋਰੀ ਕਹਿਣਗੇ। ਤਾਂ ਜਿਹੜਾ ਪ੍ਰਧਾਨਗੀ ਮੰਡਲ ਆ ਜਿਹਦੇ ਵਿੱਚ ਸਾਡੀ ਕਮਿਊਨਿਟੀ ਦੇ ਸਾਡੇ ਉੱਘੇ ਸਾਹਿਤਕਾਰ ਜਿਹੜੇ ਜਾਣੇ ਪਛਾਣੇ, ਉਹ ਕਿਸੇ ਮੇਰੇ ਖਿਆਲ ਜਾਣਕਾਰੀ ਦੇ ਮੁਹਤਾਜ ਨਹੀਂ। ਆਪਣੇ ਡਾਕਟਰ ਸਾਧੂ ਸਿੰਘ, ਡਾਕਟਰ ਰਘਬੀਰ ਸਿੰਘ ਸਿਰਜਣਾ, ਡਾਕਟਰ ਸੁਰਿੰਦਰ ਧੰਜਲ ਉਹ ਕੈਮਰੂਸ ਤੋਂ ਪਹੁੰਚ ਰਹੇ ਹਨ। ਤਾਂ ਸਾਡੇ
ਸੇਖਾ ਸਾਹਿਬ ਪ੍ਰਧਾਨਗੀ ਮੰਡਲ ਦੇ ਵਿੱਚ ਆਪਣੇ ਵਿਚਾਰ ਚਰਚਾ ਦੇ ਵਿੱਚ ਵੀ ਸਾਡੇ ਬਹੁਤ ਜਿਹੜੇ ਉੱਘੇ ਸਾਹਿਤਕਾਰ ਜਿਹੜੇ ਹੈਗੇ ਇਸ ਸ਼ਹਿਰ ਦੇ ਉਹ ਸ਼ਾਮਲ ਹੋਣਗੇ, ਜਿਨ੍ਹਾਂ 'ਚੋਂ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ, ਡਾਕਟਰ ਸਾਧੂ ਬਿਨਿੰਗ, ਅਜਮੇਰ ਰੋਡੇ, ਸੋਹਣ ਸਿੰਘ ਪੂਨੀ, ਇੰਦਰਜੀਤ ਸਿੰਘ ਧਾਮੀ, ਸੁਖਵੰਤ ਹੁੰਦਲ, ਮੋਹਨ ਗਿੱਲ, ਅਮਰਜੀਤ ਚਾਹਲ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ ਤੇ ਕਵਿੰਦਰ ਚਾਂਦ। ਇਹ ਸਾਰੇ ਸੱਜਣ ਜਿਹੜੇ ਹੈਗੇ ਉਹ ਵਿਚਾਰ ਚਰਚਾ ਦੇ ਵਿੱਚ ਭਾਗ ਲੈਣਗੇ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ। ਤੇ ਇੱਕ ਬੇਨਤੀ ਹੈ ਜੀ ਕਿ ਉਹ ਪ੍ਰੋਗਰਾਮ ਦੇ ਸੰਬੰਧ ਵਿੱਚ ਕਿ ਕੋਵਿਡ ਦੀ ਜੋ ਇੰਸਟਰਕਸ਼ਨਸ ਹੈਗੀਆਂ, ਜੋ ਟੋਟਲ ਪ੍ਰੋਟੋਕੋਲਸ ਹੈਗੇ ਆ, ਉਹਨਾਂ ਨੂੰ ਬਕਾਇਦਾ ਫੋਲੋ ਕੀਤਾ ਜਾਏ, ਇਹ ਸਾਡੀ ਬੇਨਤੀ ਹੈ ਜੀ। ਮਿਹਰਬਾਨੀ। ਮਿਹਰਬਾਨੀ। ਦੋਸਤੋ, ਅਸੀਂ ਗੱਲਬਾਤ ਕੀਤੀ ਇਸ ਸਮਾਗਮ ਦੇ ਪ੍ਰਬੰਧਕਾਂ ਦੇ ਨਾਲ। ਇੱਕ ਬਹੁਤ ਚੰਗਾ ਸਮਾਗਮ ਪੰਜਾਬ ਭਵਨ ਦੇ ਵਿੱਚ 10 ਅਪ੍ਰੈਲ ਨੂੰ ਜੋਗਿੰਦਰ ਸ਼ਮਸ਼ੇਰ ਹੋਰਾਂ ਦੀ ਸਵੈ ਜੀਵਨੀ ਰਿਲੀਜ਼ ਤੇ ਉਹਨਾਂ ਬਾਰੇ ਗੱਲਾਂ ਬਾਤਾਂ ਹੋਣਗੀਆਂ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।